ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪਣਾ ਫਾਇਰਮੈਨ ਦਾ ਪੇਪਰ ਹੈ 1 ਤਰੀਕ ਨੂੰ, ਤਾਂ ਉਹਦੇ ਵਾਸਤੇ ਆਪਾਂ ਤਿਆਰੀ ਕਰ ਰਹੇ ਹਾਂ। ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੇ ਕੁਝ ਮਹੱਤਵਪੂਰਨ ਐਮਸੀਕਿਊ ਡਿਸਕਸ ਕਰਾਂਗੇ। ਕਲਾਸ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ। ਜਿਹੜੇ ਬੱਚੇ ਚੈਨਲ ਤੇ ਪਹਿਲੀ ਵਾਰੀ ਆਏ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਸ਼ੁਰੂ ਕਰਦੇ ਰਾਜੇ ਅੱਜ ਦੀ ਕਲਾਸ। ਕੁਐਸਚਨ ਤਾਂ 20 ਨੇ, ਪਰ 20 ਦੇ ਨਾਲ ਨਾਲ ਜਿਹੜੇ ਮੈਂ ਐਕਸਟਰਾ ਫੈਕਟ ਦੱਸੂਗਾ ਉਹ ਵੀ ਜਰੂਰ ਨੋਟ ਕਰਿਓ, ਕਾਫੀ ਹੈਲਪਫੁਲ ਰਹਿਣਗੇ ਤੁਹਾਨੂੰ ਐਗਜ਼ਾਮ ਵਾਸਤੇ। ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਮਹੱਤਵਪੂਰਨ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈਗਾ। ਕੀ ਪੁੱਛ ਰਿਹਾ? ਕਹਿੰਦਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਸ਼ਾਮਲ ਨਹੀਂ ਸਨ? ਤਾਂ ਆਪਾਂ ਨੂੰ ਪਤਾ ਹੀ ਹੈ, ਦੇਖੋ ਸਾਰਿਆਂ ਨੇ ਧਿਆਨ ਨਾਲ ਇਹ ਜਿਹੜਾ ਮੈਪ ਹੈਗਾ, ਜਦੋਂ ਸਿੱਖ ਰਾਜ ਐਸਟੈਬਲਿਸ਼ ਹੋਇਆ ਸੀਗਾ ਤਾਂ ਉਹਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ 1809 ਦੇ ਵਿੱਚ ਇੱਕ ਸੰਧੀ ਹੋਈ ਸੀਗੀ, ਠੀਕ ਹੈ ਜੀ, ਜਿਹਨੂੰ ਅੰਮ੍ਰਿਤਸਰ ਦੀ ਸੰਧੀ ਕਹਿੰਦੇ ਆ। ਤੇ ਉਸ ਸੰਧੀ ਦੇ ਵਿੱਚ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀਗਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਸਤਲੁਜ ਦਰਿਆ ਦੇ ਖੱਬੇ ਪਾਸੇ ਰਹਿਣਗੇ ਤੇ ਸੱਜੇ ਪਾਸੇ ਅੰਗਰੇਜ਼ ਰਹਿਣਗੇ। ਹੁਣ ਜੇ ਆਪਾਂ ਇਸ ਮੈਪ ਨੂੰ ਧਿਆਨ ਨਾਲ ਦੇਖੀਏ, ਤੁਹਾਨੂੰ ਇੱਕ ਮੈਪ ਦਿਖਾਉਣਾ ਹੈ, ਤਾਂ ਆ ਜਿਹੜਾ ਇਲਾਕਾ ਹੈਗਾ, ਦੇਖੋ ਆ ਜਿਹੜਾ ਰੈੱਡ ਕਲਰ ਹੈਗੀ ਆ ਹੈਗੀ ਸਤਲੁਜ, ਤੇ ਆ ਸਾਰਾ ਇਲਾਕਾ ਜਿਹੜਾ ਹੈਗਾ ਇਹ ਮਹਾਰਾਜਾ ਰਣਜੀਤ ਸਿੰਘ ਜੀ ਕੋਲੇ ਸੀਗਾ ਤੇ ਇੱਧਰ ਅੰਗਰੇਜ਼ ਸੀਗੇ। ਤਾਂ ਕਹਿਣ ਦਾ ਮਤਲਬ ਫਿਰੋਜ਼ਪੁਰ ਤੋਂ ਅੱਗੇ ਜਿਹੜਾ ਹੈਗਾ ਉਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਨਹੀਂ ਸੀਗਾ। ਤਾਂ ਫਿਰੋਜ਼ਪੁਰ ਤੋਂ ਫਿਰ ਅੱਗੇ ਆਈਏ ਤਾਂ ਕਿਹੜਾ ਸ਼ਹਿਰ ਆਉਂਦਾ ਹੈ? ਫਿਰੋਜ਼ਪੁਰ ਤੋਂ ਅੱਗੇ ਮੋਗਾ, ਲੁਧਿਆਣਾ ਵਗੈਰਾ ਆਉਂਦਾ ਹੈ। ਤਾਂ ਉਸ ਟਾਈਮ ਤੇ ਲੁਧਿਆਣਾ ਵੀ ਇੱਕ ਮੰਨੀ ਪ੍ਰਮੰਨੀ ਛਾਉਣੀ ਸੀਗੀ ਜਿੱਥੇ ਅੰਗਰੇਜ਼ਾਂ ਦਾ ਕੀ ਸੀਗਾ, ਰਾਜ ਸੀਗਾ। ਤਾਂ ਇਸ ਕਰਕੇ ਜਿਹੜਾ ਪ੍ਰਸ਼ਨ ਹੈਗਾ ਬਹੁਤ ਵਧੀਆ ਪੁੱਛਿਆ ਗਿਆ। ਲਾਹੌਰ ਦੇ ਉੱਪਰ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ। ਜਲੰਧਰ, ਹੁਸ਼ਿਆਰਪੁਰ ਤਾਂ ਹੈਗਾ ਹੀ ਹੈਗਾ ਸੀਗਾ, ਪਰ ਉਹਨਾਂ ਨੇ ਪੁੱਛਿਆ ਵੀ ਕਿਹਦੇ ਉੱਪਰ ਨਹੀਂ ਸੀਗਾ। ਤਾਂ ਲੁਧਿਆਣਾ ਕੀ ਆ ਜਾਊਗਾ? ਤੁਹਾਡਾ ਕਰੈਕਟ ਆਂਸਰ ਆ ਜਾਊਗਾ, ਰਾਈਟ ਆਂਸਰ ਆ ਜਾਊਗਾ। ਤਾਂ ਅੱਗੇ ਚੱਲਦੇ ਹਾਂ ਜੀ, ਨੈਕਸਟ ਪ੍ਰਸ਼ਨ ਵੱਲ ਵਧਦੇ ਹਾਂ। ਅਗਲਾ ਪ੍ਰਸ਼ਨ ਪੁੱਛਿਆ ਗਿਆ ਆਪਾਂ ਨੂੰ ਪੈਪਸੂ ਨੂੰ ਲੈ ਕੇ। ਪੈਪਸੂ ਨੂੰ ਲੈ ਕੇ ਅਕਸਰ ਇੱਕ ਅੱਧਾ ਪ੍ਰਸ਼ਨ ਪੱਕਾ ਹੁੰਦਾ ਪੇਪਰ ਦੇ ਵਿੱਚ, ਤੇ ਤੁਹਾਡੇ ਫਾਇਰਮੈਨ ਦੇ ਪੇਪਰ ਵਿੱਚ ਵੀ ਪੁੱਛਿਆ ਜਾਊਗਾ ਜਿੰਨੀ ਕਿ ਮੈਨੂੰ ਉਮੀਦ ਹੈ। ਤਾਂ ਪੈਪਸੂ ਕਹਿੰਦਾ ਪੈਪਸੂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਕਿਹੜੀਆਂ ਰਿਆਸਤਾਂ ਸ਼ਾਮਲ ਸਨ? ਪਹਿਲੀ ਗੱਲ ਤਾਂ ਇਹ ਆਪਾਂ ਪਹਿਲਾਂ ਸਮਝਣਾ ਵੀ ਪੈਪਸੂ ਬੇਸਿਕਲੀ ਹੈ ਕੀ ਸੀਗਾ। ਤੁਹਾਨੂੰ ਪਤਾ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ 1947 ਨੂੰ, ਤਾਂ ਆਪਣੇ ਇੱਥੇ ਬਹੁਤ ਸਾਰੀਆਂ ਰਿਆਸਤਾਂ ਸੀਗੀਆਂ। ਤਾਂ ਹੁਣ ਸਾਰੀਆਂ ਰਿਆਸਤਾਂ ਨੂੰ ਮਿਲਾ ਕੇ ਆਪਾਂ ਇੱਕ ਦੇਸ਼ ਦੇ ਵਿੱਚ ਸਟੇਟਸ ਬਣਾਉਣੀਆਂ ਸੀਗੀਆਂ। ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਕਿੰਨੀਆਂ ਸਟੇਟਸ ਨੇ, ਕਿੰਨੀਆਂ ਯੂਟੀਜ਼ ਨੇ। ਉਸ ਟਾਈਮ ਤੇ ਤਾਂ ਰਾਜਿਆਂ ਦੀ ਰਿਆਸਤਾਂ ਸੀਗੀਆਂ। ਤਾਂ ਰਾਜੇ ਜਿਹੜੇ ਹੁੰਦੇ ਆ ਆਪਣੀ ਰਿਆਸਤ ਦੇ ਮੁਖੀ ਹੁੰਦੇ ਆ। ਹੁਣ ਰਾਜਿਆਂ ਨੂੰ ਆਪਾਂ ਇੱਕ ਸੰਵਿਧਾਨ ਦੇ ਅੰਡਰ ਲੈ ਕੇ ਆਉਣਾ ਕਿੰਨਾ ਮੁਸ਼ਕਲ ਚੀਜ਼ ਸੀਗੀ, ਕਿਉਂਕਿ ਹੁਣ ਰਾਜੇ ਕਿੱਥੇ ਰਾਜਿਆਂ ਦਾ ਆਪਣਾ ਰਾਜ ਚੱਲਣਾ, ਕਿੱਥੇ ਉਹਨਾਂ ਨੂੰ ਕਿਸੇ ਦੇ ਅੰਡਰ ਚੱਲਣਾ ਪਊਗਾ। ਤਾਂ ਬਹੁਤੇ ਇਹਦੇ ਵਿੱਚ ਸਹਿਮਤ ਹੋ ਗਏ ਸੀ, ਜਿਹੜੇ ਨਹੀਂ ਸਹਿਮਤ ਹੋਏ ਸੀ ਉਹਨਾਂ ਨੇ ਆਪਣੇ ਆਪਣੇ ਕੀ ਬਣਾ ਲਏ ਸੀਗੇ, ਗਠਬੰਧਨ ਬਣਾ ਲਏ ਸੀ, ਸੰਗਠਨ ਬਣਾ ਲਏ ਸੀਗੇ। ਤਾਂ ਅਜਿਹਾ ਇੱਕ ਸੰਗਠਨ ਹੋਂਦ ਦੇ ਵਿੱਚ ਆਇਆ ਸੀ ਜਿਹਨੂੰ ਕਹਿ ਦਿੰਦੇ ਆ ਪੈਪਸੂ। ਪਹਿਲਾਂ ਤਾਂ ਇਹ ਗੱਲ ਯਾਦ ਰੱਖਣੀ ਹੈ, ਜਿਹੜਾ ਪੈਪਸੂ ਸੀਗਾ, ਇਹ ਪੈਪਸੂ ਜਦੋਂ ਹੋਂਦ ਦੇ ਵਿੱਚ ਕਦੋਂ ਆਇਆ, ਅਕਸਰ ਬੱਚੇ ਇਕੱਲਾ ਨਾ ਮਤਲਬ ਈਅਰ ਯਾਦ ਰੱਖ ਲੈਂਦੇ ਵੀ 1948 ਨੂੰ ਹੋਂਦ ਦੇ ਵਿੱਚ ਆਇਆ ਸੀਗਾ ਤੇ 1956 ਨੂੰ ਕੀ ਹੋ ਗਿਆ ਸੀ, ਦੁਬਾਰਾ ਇਹਨੂੰ ਮਰਜ ਕਰ ਲਿਆ ਸੀ ਸਮਝੌਤਾ ਕਰਕੇ। ਪਰ ਨਾਲ ਤੁਸੀਂ ਯਾਦ ਕੀ ਰੱਖਣਾ, 15 ਜੁਲਾਈ, ਠੀਕ ਹੈ ਜੀ, 1948, ਤੇ ਇਧਰੋਂ ਯਾਦ ਰੱਖਣਾ 1 ਨਵੰਬਰ 1956 ਨੂੰ ਇਹ ਕੀ ਹੋ ਗਿਆ ਸੀ, ਮਰਜ ਹੋ ਗਿਆ ਸੀ। ਹੁਣ ਇਹਦੇ ਅੰਡਰ ਜਿਹੜੀਆਂ ਸੀਗੀਆਂ ਟੋਟਲ 8 ਰਿਆਸਤਾਂ ਸੀਗੀਆਂ, ਠੀਕ ਹੈ ਜੀ। ਕਿੰਨੀਆਂ ਰਿਆਸਤਾਂ ਸੀਗੀਆਂ? 8 ਰਿਆਸਤਾਂ ਸੀਗੀਆਂ। ਹੁਣ 8 ਦੇ 8 ਰਿਆਸਤਾਂ ਦੇ ਤੁਹਾਨੂੰ ਨਾਮ ਪਤਾ ਹੋਣੇ ਚਾਹੀਦੇ ਆ। ਜੇ ਨਹੀਂ ਪਤਾ ਹੈਗੇ ਤੁਹਾਨੂੰ ਮੈਂ ਦੱਸ ਦਿੰਦਾ। ਦੇਖੋ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ, ਸਭ ਤੋਂ ਪਹਿਲੀ ਰਿਆਸਤ ਹੈਗੀ ਆ ਪਟਿਆਲਾ, ਤੇ ਪਟਿਆਲਾ ਹੀ ਇਹਦੀ ਰਾਜਧਾਨੀ ਸੀਗੀ। ਕਈ ਵਾਰੀ ਅਕਸਰ ਪੇਪਰ 'ਚ ਵੀ ਪੁੱਛ ਲੈਂਦੇ ਆ ਵੀ ਪੈਪਸੂ ਦੀ ਰਾਜਧਾਨੀ ਕਿਹੜੀ ਸੀ? ਪਟਿਆਲਾ ਸੀਗੀ। ਪਟਿਆਲਾ ਰਿਆਸਤ ਹੋ ਗਈ, ਨਾਭਾ ਹੋ ਗਈ, ਮਲੇਰਕੋਟਲਾ, ਜੀਂਦ, ਕਪੂਰਥਲਾ, ਫਰੀਦਕੋਟ, ਤੇ ਦੋ ਜਿਹੜੀਆਂ ਹੈਗੀਆਂ ਨਾਲਾਗੜ੍ਹ ਤੇ ਕਲਸੀਆਂ। ਟੋਟਲ 8 ਰਿਆਸਤਾਂ ਸੀਗੀਆਂ। ਹੁਣ ਤੁਸੀਂ ਚੈੱਕ ਕਰ ਲਓ, ਇਹਦੇ ਵਿੱਚ ਅੰਬਾਲਾ ਤਾਂ ਹੈ ਹੀ ਨਹੀਂ ਸੀ, ਨਾ ਗੰਗਾਨਗਰ, ਨਾ ਸਿਰਸਾ। ਤਾਂ ਪਟਿਆਲਾ, ਨਾਭਾ, ਜੀਂਦ ਜਿਹੜਾ ਇਹ ਆਪਣਾ ਜਿਹੜਾ ਇਹ ਜੋਟਾ ਹੈਗਾ ਬਿਲਕੁਲ ਠੀਕ ਹੈ। ਤਾਂ ਡੀ ਆਪਣਾ ਕੀ ਆ ਜਾਊਗਾ, ਰਾਈਟ ਆਂਸਰ ਆ ਜਾਊਗਾ। ਹੁਣ ਇਸ ਤੋਂ ਇਲਾਵਾ ਥੋੜੀ ਜੀ ਐਕਸਟਰਾ ਇਨਫੋਰਮੇਸ਼ਨ ਪੜ੍ਹਨੀ ਬਹੁਤ ਜ਼ਰੂਰੀ ਹੈ ਇਹਦੇ ਵਾਸਤੇ। ਪਹਿਲਾਂ ਤਾਂ ਆਪਾਂ ਇਹ ਪੜ੍ਹਨਾ ਵੀ ਜਿਹੜਾ ਪੈਪਸੂ ਸ਼ਬਦ ਹੈਗਾ ਇਹਦਾ ਮੀਨਿੰਗ ਕੀ ਹੈ। ਇਹਦਾ ਮੀਨਿੰਗ ਹੈਗਾ ਵੀ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ, ਯਾਨੀ ਕਿ ਸੰਗਠਨ ਹੈ ਕਿਹਦਾ? ਪਟਿਆਲਾ ਤੇ ਜਿਹੜੀਆਂ ਈਸਟ ਪੰਜਾਬ ਸਟੇਟਸ ਦੀਆਂ ਜਿਹੜੀਆਂ ਰਿਆਸਤਾਂ ਸੀਗੀਆਂ ਉਹਦਾ ਇੱਕ ਸੰਗਠਨ ਸੀਗਾ। ਹੁਣ ਤੁਹਾਨੂੰ ਮੈਂ ਦੱਸਦਾ ਇਹਦੇ ਵਿੱਚ ਕਿੰਨੀਆਂ ਰਿਆਸਤਾਂ ਸੀਗੀਆਂ, 8 ਰਿਆਸਤਾਂ ਸੀਗੀਆਂ। ਹੁਣ ਇਹਦੇ ਵਿੱਚ ਕੀ ਸੀਗਾ, ਜਿਵੇਂ ਅੱਜ ਕੱਲ੍ਹ ਗਵਰਨਰ ਹੁੰਦਾ, ਉਸ ਟਾਈਮ ਤੇ ਰਾਜ ਪ੍ਰਮੁੱਖ ਹੁੰਦਾ ਸੀ। ਰਾਜ ਪ੍ਰਮੁੱਖ ਕੌਣ ਸੀਗਾ? ਯਾਦਵਿੰਦਰ ਸਿੰਘ ਇਹਦਾ ਰਾਜ ਪ੍ਰਮੁੱਖ ਸੀਗਾ। ਤੇ ਇੱਕ ਹੁੰਦਾ ਸੀ ਉਪ ਰਾਜ ਪ੍ਰਮੁੱਖ, ਜਿਹਨੂੰ ਆਪਾਂ ਕਹਿ ਦਿੰਦੇ ਆ, ਠੀਕ ਹੈ ਜੀ। ਅੱਜ ਕੱਲ੍ਹ ਤਾਂ ਇਹ ਪੋਸਟ ਹੁੰਦੀ ਨਹੀਂ, ਜੇ ਆਪਾਂ ਕਹਿ ਦਈਏ ਉਪ ਗਵਰਨਰ, ਉਪ ਗਵਰਨਰ ਦੀ ਤਾਂ ਕੋਈ ਪੋਸਟ ਨਹੀਂ ਹੈਗੀ ਆਪਣੇ ਸੰਵਿਧਾਨ ਦੇ ਵਿੱਚ। ਤਾਂ ਉਸ ਟਾਈਮ ਤੇ ਚਲੋ ਇਹਨਾਂ ਨੇ ਆਪਣੀ ਰਿਆਸਤ ਵਾਸਤੇ ਜਨਰੇਟ ਕੀਤੀ ਸੀ ਪੋਸਟ, ਤਾਂ ਉਹ ਜਗਤਜੀਤ ਸਿੰਘ ਜੀ ਸੀਗੇ, ਠੀਕ ਹੈ ਜੀ, ਕਪੂਰਥਲਾ ਦੇ ਮਹਾਰਾਜਾ ਸੀਗੇ, ਠੀਕ ਹੈ ਜੀ। ਤਾਂ ਯਾਦਵਿੰਦਰ ਸਿੰਘ ਇਹਦਾ ਰਾਜ ਪ੍ਰਮੁੱਖ ਸੀਗਾ, ਉਪ ਰਾਜ ਪ੍ਰਮੁੱਖ ਜਗਤਜੀਤ ਸਿੰਘ ਸੀਗਾ, ਤੇ ਇਹਦਾ ਸੀਐਮ ਗਿਆਨ ਸਿੰਘ ਰਾੜੇਵਾਲਾ। ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ।
ਇਸ ਤੋਂ ਇਲਾਵਾ ਇਹਦੀ ਰਾਜਧਾਨੀ, ਇਹਦੀ ਕੈਪੀਟਲ ਕਿਹੜੀ ਸੀਗੀ? ਪਟਿਆਲਾ। ਇਹ ਵੀ ਯਾਦ ਰੱਖਣੀ ਹੈ। ਬਸ ਪੈਪਸੂ ਤੋਂ ਆਹੀ ਚੀਜ਼ਾਂ ਪੁੱਛੀਆਂ ਜਾਂਦੀਆਂ ਵਾਰ-ਵਾਰ। ਇਸ ਤੋਂ ਇਲਾਵਾ ਪੈਪਸੂ ਤੋਂ ਹੋਰ ਕੁਝ ਨਹੀਂ ਪੁੱਛਿਆ ਜਾਣਾ। ਇਹਦੀ ਫੁੱਲ ਫਾਰਮ, ਇਹਦਾ ਰਾਜ ਪ੍ਰਮੁੱਖ, ਉਪ ਰਾਜ ਪ੍ਰਮੁੱਖ, ਚੀਫ ਮਿਨਿਸਟਰ ਤੇ ਕਿੰਨੀਆਂ ਰਿਆਸਤਾਂ ਸੀਗੀਆਂ, ਰਿਆਸਤਾਂ ਦੇ ਨਾਮ ਯਾਦ ਰੱਖਣੇ ਆ। ਬਸ ਇੱਥੋਂ ਹੀ ਪ੍ਰਸ਼ਨ ਆਊਗਾ। ਤਾਂ ਆਪਣਾ ਰਾਈਟ ਆਂਸਰ ਡੀ ਸੀਗਾ, ਤੁਹਾਨੂੰ ਮੈਂ ਲਗਾਤਾ। ਨੈਕਸਟ ਚੱਲਦੇ ਹਾਂ ਜੀ ਆਪਾਂ। ਕਹਿੰਦਾ ਇੱਕ ਰਾਜਨੀਤਿਕ ਇਕਾਈ ਵਜੋਂ ਪੰਜਾਬ ਦਾ ਨਾਮਕਰਨ ਕਿਸ ਬਾਦਸ਼ਾਹ ਦੇ ਰਾਜ ਸਮੇਂ ਹੋਇਆ? ਜ਼ਿਆਦਾਤਰ ਜਿਹੜੇ ਕੰਮ ਹੋਏ ਆ ਨਾ ਪੰਜਾਬ ਦੇ ਵਿੱਚ, ਜੇ ਆਪਾਂ ਅੱਜ ਕੱਲ ਦੇਖਦੇ ਨਾ ਰੈਵਨਿਊ ਡਿਪਾਰਟਮੈਂਟ, ਠੀਕ ਹੈ, ਇਹ ਸਾਰਾ ਸਿਸਟਮ ਜਿਹੜਾ ਹੋਇਆ ਇਹ ਅਕਬਰ ਦੇ ਟਾਈਮ ਤੇ ਹੋਇਆ। ਤੇ ਪੰਜਾਬ ਇੱਕ ਰਾਜਨੀਤਿਕ ਇਕਾਈ ਵਜੋਂ ਵੀ ਉੱਭਰ ਕੇ ਆਇਆ ਸੀਗਾ, ਤਾਂ ਉਹ ਅਕਬਰ ਦੇ ਟਾਈਮ ਤੇ ਆਇਆ ਸੀਗਾ। ਤਾਂ ਰਾਈਟ ਆਂਸਰ ਕੀ ਬਣ ਜਾਊਗਾ? ਅਕਬਰ ਬਣ ਜਾਊਗਾ। ਨੈਕਸਟ ਚੱਲਦੇ ਹਾਂ ਜੀ, ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਆਪਾਂ। ਅਗਲਾ ਪ੍ਰਸ਼ਨ ਆ ਗਿਆ ਜੀ, ਕਹਿੰਦਾ ਯੂਨਾਨੀ। ਯੂਨਾਨੀ ਕੌਣ ਹੁੰਦੇ ਆ? ਜਿਹਨੂੰ ਆਪਾਂ ਗ੍ਰੀਕਸ ਕਹਿ ਦਿੰਦੇ ਆ ਅੰਗਰੇਜ਼ੀ ਦੇ ਵਿੱਚ, ਠੀਕ ਹੈ ਜੀ। ਯੂਨਾਨੀਆਂ ਨੇ ਪੰਜਾਬ ਲਈ ਕੀ ਨਾਮ ਵਰਤਿਆ? ਹੁਣ ਸਮੇਂ-ਸਮੇਂ ਤੇ ਨਾ ਪੰਜਾਬ ਦੇ ਅਲੱਗ-ਅਲੱਗ ਨਾਮ ਜਾਣੀ ਕਿ ਹੋਂਦ ਦੇ ਵਿੱਚ ਆਏ ਆ। ਅਗਰ ਮੈਂ ਪੰਚਨਾਦ ਦੀ ਗੱਲ ਕਰਾਂ, ਨੰਦ ਵੀ ਕਹਿ ਦਿੰਦੇ ਆ, ਪੰਚਨਾਦ ਵੀ ਕਹਿ ਦਿੰਦੇ ਆ। ਇਹ ਅਗਰ ਆਪਾਂ ਗੱਲ ਕਰੀਏ ਤਾਂ ਇਹ ਮਹਾਭਾਰਤ ਦੇ ਸਮੇਂ, ਜਾਣੀ ਕਿ ਜਦੋਂ ਆਪਾਂ ਰਾਮਾਇਣ ਦਾ ਸਮਾਂ ਕਹਿ ਦਿੰਦੇ ਆ ਜਾਂ ਮਹਾਭਾਰਤ ਦਾ ਸਮਾਂ ਕਹਿ ਲਓ, ਠੀਕ ਹੈ ਜੀ, ਉਸ ਟਾਈਮ ਤੇ ਇਹ ਨਾਮ ਉੱਭਰ ਕੇ ਆਇਆ, ਉਹਨਾਂ ਨੇ ਵਰਤਿਆ। ਜੇ ਮੈਂ ਸਪਤ ਸਿੰਧੂ ਦੀ ਗੱਲ ਕਰਦਾ ਤਾਂ ਸਪਤ ਸਿੰਧੂ ਜਦੋਂ ਜਿੰਨੇ ਵੀ ਰਿਗਵੇਦ ਹੈਗੇ ਆ, 4 ਦੇ 4 ਰਿਗਵੇਦ ਜਿਹੜੇ ਹੈਗੇ ਆ, ਇਹ ਪੰਜਾਬ ਦੇ ਦਰਿਆਵਾਂ ਦੇ ਕੰਢੇ ਤੇ ਹੀ, ਠੀਕ ਹੈ ਜੀ, ਇਹਨਾਂ ਦੀ ਰਚਨਾ ਕੀਤੀ ਗਈ ਹੈ। ਤਾਂ ਹੀ ਤਾਂ ਪੰਜਾਬੀ ਜਿਹੜੀ ਹੈਗੀ ਹੈ ਉਹਦਾ ਮੂਲ ਸਰੋਤ ਆਪਾਂ ਸੰਸਕ੍ਰਿਤ ਮੰਨਦੇ ਹਾਂ। ਤਾਂ ਸਪਤ ਸਿੰਧੂ ਕਿਹਨੇ ਵਰਤਿਆ ਸੀਗਾ? ਰਿਗਵੇਦ ਦੇ ਟਾਈਮ ਤੇ ਵਰਤਿਆ ਸੀ। ਟਾਕਾ ਪ੍ਰਦੇਸ਼ ਜਾਂ ਟਾਕੀ, ਠੀਕ ਹੈ, ਟਾਕਾ ਪ੍ਰਦੇਸ਼ ਜਾਂ ਟਾਕੀ ਵੀ ਕਹਿ ਦਿੰਦੇ ਆ। ਇਹ ਕੀ ਸੀਗਾ? ਇੱਕ ਕਬੀਲੇ ਦਾ ਨਾਮ ਸੀਗਾ, ਠੀਕ ਹੈ ਜੀ, ਇੱਕ ਕਬੀਲਾ ਸੀਗਾ, ਉਹਦਾ ਨਾਮ ਸੀਗਾ, ਠੀਕ ਹੈ ਜੀ, ਉਹਦੇ ਨਾਮ ਤੇ ਰੱਖਿਆ ਗਿਆ ਸੀਗਾ ਟਾਕਾ ਜਾਂ ਟਾਕੀ। ਤੇ ਗ੍ਰੀਕਸ ਨੇ ਕੀ ਵਰਤਿਆ ਰਾਜੇ? ਪੈਂਟੋਪਟਾਮੀਆ, ਠੀਕ ਹੈ ਜੀ, ਪੈਂਟੋਪਟਾਮੀਆ ਨੇ ਨਾਮ ਵਰਤਿਆ। ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਨਾਮ ਨੇ ਉਹ ਵੀ ਨੋਟ ਕਰ ਲਓ। ਇੱਕ ਨਾਮ ਵਰਤਿਆ ਗਿਆ ਸੀਗਾ ਬ੍ਰਹਮਵਰਤਾ, ਠੀਕ ਹੈ ਜੀ, ਬ੍ਰਹਮਵਰਤਾ ਵੀ ਕਹਿ ਦਿੰਦੇ ਆ, ਬ੍ਰਹਮਵਰਤਾ ਵੀ ਕਹਿ ਦਿੰਦੇ ਆ। ਇਹ ਨਾਮ ਆਰੀਅਨ ਨੇ ਰੱਖਿਆ ਸੀਗਾ, ਆਰੀਆ ਕਹਿ ਲਓ ਜਾਂ ਆਰੀਅਨ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ। ਇਸ ਤੋਂ ਇਲਾਵਾ ਇੱਕ ਨਾਮ ਹੋਰ ਆਪਣੇ ਆਉਂਦਾ ਹੈ, ਲਾਹੌਰ ਸੂਬਾ। ਲਾਹੌਰ ਸੂਬਾ ਕਦੋਂ ਆਇਆ ਹੋਂਦ ਦੇ ਵਿੱਚ? ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਗੱਦੀ ਤੇ ਬੈਠਦੇ ਆ, ਤੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੇ, ਠੀਕ ਹੈ ਜੀ, ਇਹ ਯਾਦ ਰੱਖ ਲਿਓ। ਇਸ ਤੋਂ ਇਲਾਵਾ ਇੱਕ ਨਾਮ ਹੋਰ ਸਾਹਮਣੇ ਆਉਂਦਾ ਹੈ, ਠੀਕ ਹੈ ਜੀ, ਜਿਹਨੂੰ ਆਪਾਂ ਕਹਿ ਦਿੰਦੇ ਆ NWFP, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ। ਇਹ ਜਿਹੜਾ ਨਾਮ ਹੋਂਦ ਦੇ ਵਿੱਚ ਆਉਂਦਾ 1901 ਦੇ ਵਿੱਚ ਲਾਰਡ ਕਰਜ਼ਨ ਦੇ ਟਾਈਮ ਤੇ, ਠੀਕ ਹੈ ਜੀ, ਲਾਰਡ ਕਰਜ਼ਨ ਦੇ ਟਾਈਮ ਤੇ ਇਹ ਹੋਂਦ ਦੇ ਵਿੱਚ ਆਇਆ ਸੀਗਾ। ਇਸ ਤੋਂ ਇਲਾਵਾ ਇੱਕ ਆਪਣਾ ਨਾਮ ਆਉਂਦਾ ਹੈ ਪੂਰਬੀ ਪੰਜਾਬ। ਪੂਰਬੀ ਪੰਜਾਬ ਕਦੋਂ? ਜਿਹਨੂੰ ਆਪਾਂ ਚੜ੍ਹਦਾ ਪੰਜਾਬ ਕਹਿ ਦਿੰਦੇ ਆ, 1947 ਦੀ ਵੰਡ ਤੋਂ ਬਾਅਦ, ਠੀਕ ਹੈ ਜੀ। ਇੱਕ ਲਹਿੰਦਾ ਪੰਜਾਬ ਪਾਕਿਸਤਾਨ ਚਲਾ ਗਿਆ, ਪੂਰਬੀ ਪੰਜਾਬ ਆਪਣਾ। ਤੇ ਇੱਕ ਨਾਮ ਹੋਰ ਆਉਂਦਾ ਹੁੰਦਾ ਮਾਡਰਨ ਪੰਜਾਬ, ਜਿਹਨੂੰ ਆਪਾਂ ਆਧੁਨਿਕ ਪੰਜਾਬ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਮਾਡਰਨ ਕਹਿ ਲਓ ਜਾਂ ਫਿਰ ਕੀ ਕਹਿ ਲਓ, ਆਧੁਨਿਕ ਕਹਿ ਲਓ, ਠੀਕ ਹੈ ਜੀ। ਜਦੋਂ ਆਪਣਾ ਹਰਿਆਣਾ ਵੱਖ ਹੋਇਆ, ਠੀਕ ਹੈ ਜੀ, 1 ਨਵੰਬਰ 1966 ਨੂੰ। ਇਹ ਸਾਰੇ ਨਾਮ ਨੇ ਪੰਜਾਬ ਦੇ ਜਿਹੜੇ ਵਾਰ-ਵਾਰ ਪੇਪਰਾਂ 'ਚ ਪੁੱਛੇ ਜਾਂਦੇ। ਮੈਂ ਦੁਬਾਰਾ ਇੱਕ ਵਾਰੀ ਰਿਵਾਈਜ਼ ਕਰ ਦਿੰਦਾ। ਪੰਚਨਾਦ ਜਿਹੜਾ ਮਹਾਭਾਰਤ ਰਾਮਾਇਣ ਦੇ ਸਮੇਂ, ਸਪਤ ਸਿੰਧੂ ਰਿਗਵੇਦ ਦੇ ਸਮੇਂ, ਟਾਕਾ ਜਾਂ ਟਾਕੀ ਇੱਕ ਕਬੀਲੇ ਦਾ ਨਾਮ ਹੈਗਾ, ਪੈਂਟੋਪਟਾਮੀਆ ਗ੍ਰੀਕਸ, ਬ੍ਰਹਮਵਰਤਾ ਆਰੀਅਨ ਦੇ ਟਾਈਮ ਤੇ, ਲਾਹੌਰ ਸੂਬਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੇ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਲਾਰਡ ਕਰਜ਼ਨ ਦੇ ਟਾਈਮ ਤੇ, ਪੂਰਬੀ ਪੰਜਾਬ ਵੰਡ ਦੇ ਸਮੇਂ, ਤੇ ਆਧੁਨਿਕ ਪੰਜਾਬ ਯਾਨੀ ਕਿ ਮਾਡਰਨ ਪੰਜਾਬ 1 ਨਵੰਬਰ 1966 ਨੂੰ। ਇਹ ਸਾਰੇ ਪੰਜਾਬ ਦੇ ਨਾਮ ਨੇ, ਤੁਸੀਂ ਯਾਦ ਰੱਖਣੇ ਨੇ। ਨੈਕਸਟ ਚੱਲਦੇ ਹਾਂ ਆਪਾਂ। ਆਹ ਪ੍ਰਸ਼ਨ ਬਹੁਤ ਵਧੀਆ ਹੈ, ਬਹੁਤ ਹੀ ਜ਼ਿਆਦਾ ਮਤਲਬ ਬਹੁਤ ਡੂੰਘਾਈ 'ਚ ਪੁੱਛਿਆ ਗਿਆ ਪ੍ਰਸ਼ਨ। ਕਹਿੰਦੇ ਜੀ 5 ਦਰਿਆਵਾਂ ਦੇ ਵਿਚਕਾਰ ਦੀਆਂ ਧਰਤੀਆਂ ਦੇ ਆਧਾਰ ਤੇ ਸਮੁੱਚੇ ਪੰਜਾਬ ਨੂੰ 5 ਦੁਆਬਾਂ ਦੇ ਵਿੱਚ ਵੰਡਿਆ ਗਿਆ। ਸਿੰਧ ਸਾਗਰ, ਰਚਨਾ, ਚੱਜ, ਬਾਰੀ, ਬਿਸਤ ਦੁਆਬ। ਹੁਣ ਤੁਸੀਂ ਦੱਸਣਾ ਵੀ ਜਿਹੜਾ ਪੰਜਾਬ ਦਾ ਇਲਾਕਾ ਸੀ ਹੁਸ਼ਿਆਰਪੁਰ, ਇਹਨਾਂ ਵਿੱਚੋਂ ਕਿਸ ਦੁਆਬ ਦੇ ਵਿੱਚ ਪੈਂਦਾ ਹੈ। ਹੁਣ ਉਹ ਤਾਂ ਆਪਾਂ ਨੂੰ ਪਤਾ ਹੀ ਵੀ ਹੁਣ ਆਪਣੇ ਇੱਥੇ 3 ਦਰਿਆ ਹੀ ਵਗਦੇ, 3 ਵੀ ਛੱਡੋ 2.5 ਰਹਿ ਗਏ, ਕਿਉਂਕਿ ਰਾਵੀ ਅੱਧਾ ਹਿੰਦੁਸਤਾਨ ਦੇ ਵਿੱਚ, ਅੱਧਾ ਪਾਕਿਸਤਾਨ ਦੇ ਵਿੱਚ ਹੈ, ਠੀਕ ਹੈ ਜੀ। ਸਤਲੁਜ ਤੇ ਬਿਆਸ ਆਪਣੇ ਕੋਲੇ ਹੈ, ਠੀਕ ਹੈ ਜੀ। ਜੇਹਲਮ ਤੇ ਚਨਾਬ ਚਲਾ ਗਿਆ ਪਾਕਿਸਤਾਨ ਦੇ ਵਿੱਚ, ਠੀਕ ਹੈ। ਤੇ ਅੱਗੇ ਜਾ ਕੇ ਤੁਹਾਨੂੰ ਪਤਾ ਹੀ ਆ ਵੀ ਇਹ ਜਿਹੜੀ ਸਿੰਧ ਸਾਗਰ ਹੈ ਉਹਦੇ ਵਿੱਚ ਜਾ ਕੇ ਮਿਲ ਜਾਂਦੀਆਂ ਨਦੀਆਂ। ਹੁਣ ਗੱਲ ਇੱਥੇ ਪਹਿਲਾਂ ਆਪਾਂ ਇੱਕ ਚੀਜ਼ ਸਮਝਦੇ ਹਾਂ, ਚੀਜ਼ ਕੀ ਸਮਝਣੀ ਆ? ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਵੀ ਜਿਹੜਾ ਦੁਆਬ ਜਿਹੜਾ ਸ਼ਬਦ ਹੈਗਾ ਹੈ ਇਹ ਫਾਰਸੀ ਦਾ ਹੈ, ਠੀਕ ਹੈ। ਇਹ ਪ੍ਰਸ਼ਨ ਵੀ ਆਇਆ ਸੀਗਾ, ਆਈ ਥਿੰਕ ਐਕਸਾਈਜ਼ ਇੰਸਪੈਕਟਰ 'ਚ ਆਇਆ ਸੀ ਵੀ ਦੁਆਬ ਵਰਡ ਹੈਜ਼ ਬੀਨ ਟੇਕਨ ਫਰੋਮ ਵਿਚ ਲੈਂਗੁਏਜ। ਕਿਹੜੀ ਭਾਸ਼ਾ ਤੋਂ ਲਿਆ ਗਿਆ ਰਾਜੇ? ਫਾਰਸੀ ਭਾਸ਼ਾ ਤੋਂ ਲਿਆ ਗਿਆ। ਪਹਿਲਾਂ ਤਾਂ ਇਹ ਦਿਮਾਗ 'ਚ ਰੱਖਣਾ। ਹੁਣ ਦੁਆਬ ਦਾ ਮਤਲਬ ਕੀ ਹੈ? ਵੀ 2 ਦਰਿਆਵਾਂ ਦੇ ਵਿਚਕਾਰਲਾ ਇਲਾਕਾ, 2 ਦਰਿਆ ਨੇ, ਉਹਨਾਂ ਦੇ ਵਿਚਕਾਰ ਜਿਹੜਾ ਇਲਾਕਾ ਪਊਗਾ ਉਹਨੂੰ ਆਪਾਂ ਕਹਿ ਦਾਂਗੇ ਦੁਆਬ। ਤੇ ਹੁਣ ਪੁਰਾਣੇ ਸਮੇਂ ਦੀ ਗੱਲ ਕਰ ਰਹੇ ਹਾਂ, ਇਸ ਟਾਈਮ ਤੇ ਆਪਣੇ ਕੋਲ ਤਾਂ 3 ਹੀ ਦੁਆਬ ਨੇ,
ਪਰ ਪੁਰਾਣੇ ਸਮੇਂ ਦੀ ਗੱਲ ਕਰਦਾ, ਜਦੋਂ ਅਕਬਰ ਦੇ ਟਾਈਮ ਦੀ ਗੱਲ ਹੀ ਹੋ ਰਹੀ ਹੈ ਵੀ ਉਦੋਂ ਆਪਣੇ ਕੋਲੇ 5, ਠੀਕ ਹੈ ਜੀ, 5 ਦਬਾਬ ਸੀਗੇ ਆਪਣੇ ਕੋਲੇ। ਕਿਹੜੇ-ਕਿਹੜੇ ਸੀਗੇ? ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਆਪਣੇ ਕੋਲੇ ਸੀਗਾ ਜੀ ਬਿਸਤ, ਠੀਕ ਹੈ ਜੀ। ਬਿਸਤ ਦਾ ਮਤਲਬ ਕੀ ਆ? ਹੁਣ ਦੇਖੋ, ਬਿਸਤ ਅਗਰ ਆਪਾਂ ਅੰਗਰੇਜ਼ੀ ਚ ਪਾਵਾਂਗੇ BIST, ਤੇ ਇਹਦੇ ਵਿੱਚ ਬਿਆਸ ਆ ਗਿਆ ਤੇ ਸਤਲੁਜ ਆ ਗਿਆ। ਬਿਆਸ ਤੇ ਸਤਲੁਜ ਦਾ ਵਿਚਕਾਰਲਾ ਇਲਾਕਾ, ਠੀਕ ਹੈ। ਇਹਦੇ ਵਿੱਚ ਜਲੰਧਰ ਵੀ ਆ ਜਾਂਦਾ, ਤੁਹਾਡਾ ਹੁਸ਼ਿਆਰਪੁਰ ਵੀ ਆ ਜਾਂਦਾ। ਤਾਂ ਪ੍ਰਸ਼ਨ ਦੇ ਵਿੱਚ ਹੁਸ਼ਿਆਰਪੁਰ ਪੁੱਛਿਆ ਗਿਆ ਤਾਂ ਆਂਸਰ ਕੀ ਆ ਜਾਊਗਾ? ਬਿਸਤ ਦਬਾਬ ਆ ਜਾਊਗਾ, ਠੀਕ ਹੈ ਜੀ। ਇਸ ਤੋਂ ਇਲਾਵਾ ਬਾਰੀ ਦਬਾਬ, ਜੇ ਬਾਰੀ ਦੀ ਆਪਾਂ ਗੱਲ ਕਰਾਂਗੇ ਤਾਂ ਇਹਦੇ ਵਿੱਚ ਕਿਹੜੀ-ਕਿਹੜੀ ਨਦੀ ਆ ਜਾਂਦੀ ਆ? ਬਿਆਸ ਤੇ ਰਾਵੀ, ਠੀਕ ਹੈ ਜੀ। ਇਹਦੇ ਵਿੱਚ, ਠੀਕ ਹੈ ਜੀ। ਹੁਣ ਲਾਹੌਰ ਤਾਂ ਚਲਾ ਗਿਆ ਪਾਕਿਸਤਾਨ ਦੇ ਵਿੱਚ, ਅੰਮ੍ਰਿਤਸਰ ਦਾ ਜਿਹੜਾ ਸਾਰਾ ਇਲਾਕਾ ਹੈਗਾ ਇਹ ਬਾਰੀ ਦਬਾਬ ਚ ਆਉਂਦਾ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਰਚਨਾ ਦਬਾਬ, ਹੁਣ ਰਚਨਾ ਤਾਂ, ਠੀਕ ਹੈ ਜੀ, ਆਪਣਾ ਚਲਾ ਗਿਆ ਉਧਰ। ਆਰ ਤੇ ਕੀ ਆ ਜਾਊਗਾ ਜੀ ਤੁਹਾਡਾ? ਰਾਵੀ, ਤੇ ਸੀ ਤੇ ਕੀ ਆ ਜਾਊਗਾ? ਚਨਾਬ ਆ ਜਾਊਗਾ। ਇਵੇਂ ਝੱਜ ਦਬਾਬ ਆ ਗਿਆ, ਜਿਹਨੂੰ ਛੱਜ ਦਬਾਬ ਵੀ ਕਹਿ ਦਿੰਦੇ ਆ, ਝੱਜੇ ਤੇ ਵੀ ਪਾ ਦਿੰਦੇ ਆ, ਠੀਕ ਹੈ ਜੀ। ਚਨਾਬ ਤੇ ਜੇਹਲਮ ਹੋ ਗਿਆ ਇਹਦੇ ਵਿੱਚ। ਫਿਰ ਸਿੰਧ ਸਾਗਰ ਦਬਾਬ ਆ ਜਾਂਦਾ ਹੈ। ਤਾਂ ਇਹ ਸਾਰੇ 5 ਦਬਾਬ ਨੇ। ਤਾਂ ਉਹਨੇ ਪ੍ਰਸ਼ਨ ਦੇ ਵਿੱਚ ਪੁੱਛਿਆ ਸੀਗਾ ਵੀ, ਆਪਾਂ ਨੂੰ ਪੁੱਛਿਆ ਵੀ ਜਿਹੜਾ ਹੁਸ਼ਿਆਰਪੁਰ ਹੈਗਾ ਇਹ ਕਿੱਥੇ ਪੈਂਦਾ? ਇਹ ਬਿਸਤ ਦਬਾਬ ਦੇ ਵਿੱਚ ਪੈਂਦਾ ਹੈ। ਤੇ ਅਕਬਰ ਦੇ ਸਮੇਂ ਇਹ ਚੀਜ਼ਾਂ ਹੋਈਆਂ ਸੀਗੀਆਂ। ਤੇ ਦਬਾਬ ਦਾ ਮਤਲਬ ਕੀ ਹੈ ਜੀ? ਤੁਹਾਨੂੰ ਦੱਸਤਾ, ਦੋ ਦਰਿਆਵਾਂ ਦੇ ਵਿਚਕਾਰ ਵਾਲਾ ਇਲਾਕਾ। ਇਸ ਤੋਂ ਇਲਾਵਾ ਇਹ ਕਿਹੜੀ ਫਾਰਸੀ ਭਾਸ਼ਾ ਦਾ ਸ਼ਬਦ ਹੈ? ਇਹ ਵੀ ਯਾਦ ਰੱਖਣਾ, ਪ੍ਰਸ਼ਨ ਆਇਆ ਹੋਇਆ। ਇਹ ਮੈਂ ਇੱਕ ਵਾਰੀ YouTube ਤੇ ਕਰਵਾਇਆ ਹੋਇਆ ਤੇ ਉੱਥੋਂ ਹੀ ਦੇਖੋ ਪ੍ਰਸ਼ਨ ਬਣ ਗਿਆ। ਨੈਕਸਟ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਅਗਲਾ ਪ੍ਰਸ਼ਨ ਪੁੱਛਿਆ ਜੀ ਉਹਨਾਂ ਨੇ ਆਪਾਂ ਨੂੰ, ਪਹਿਲਾ ਸਿੱਖ ਐਂਗਲੋ ਯੁੱਧ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਬਿਲਕੁਲ ਉਹਨਾਂ ਦੇ ਛੋਟੇ ਜਿਹੜੇ ਸਾਹਿਬਜ਼ਾਦੇ ਸੀਗੇ, ਠੀਕ ਹੈ ਜੀ, ਮਹਾਰਾਜਾ ਦਲੀਪ ਸਿੰਘ, ਠੀਕ ਹੈ ਜੀ, ਦਲੀਪ ਸਿੰਘ ਗੱਦੀ ਤੇ ਬੈਠਦੇ, ਉਮਰ ਸਿਰਫ 5 ਸਾਲ ਹੁੰਦੀ ਉਹਨਾਂ ਦੀ। ਤੇ ਅੰਗਰੇਜ਼ੀ ਮਤਲਬ ਕਿ ਉਧਰੋਂ ਡੋਗਰੇ ਵੀ ਗਦਾਰ ਹੁੰਦੇ ਆ ਤੇ ਉਦੋਂ ਫਿਰ 2 ਐਂਗਲੋ ਸਿੱਖ ਯੁੱਧ ਹੁੰਦੇ ਆ। ਜਿਹੜਾ ਪਹਿਲਾ ਐਂਗਲੋ ਸਿੱਖ ਯੁੱਧ ਹੁੰਦਾ ਉਹ 1845-46 ਦੇ ਵਿੱਚ ਹੁੰਦਾ, ਠੀਕ ਹੈ ਜੀ, ਜਿਹਦੇ ਵਿੱਚ ਕਾਫੀ ਸਾਰੀਆਂ ਲੜਾਈਆਂ ਲੜੀਆਂ ਜਾਂਦੀਆਂ। ਪਰ ਜੇ ਮੈਂ ਉਹਦੇ ਵਿੱਚ ਗੱਲ ਕਰਾਂ, ਸਭ ਤੋਂ ਪਹਿਲੀ ਲੜਾਈ ਜਿਹਦੇ ਉੱਪਰ ਜੰਗਨਾਮਾ ਵੀ ਲਿਖਿਆ ਸ਼ਾਹ ਮੁਹੰਮਦ ਨੇ, ਉਹ ਸੀਗੀ ਜੀ ਮੁਦਕੀ ਦੀ ਲੜਾਈ ਸੀਗੀ। ਮੁਦਕੀ ਇੱਕ ਸ਼ਹਿਰ ਹੈ, ਮਤਲਬ ਇੱਕ ਕਸਬਾ ਕਹਿ ਲਓ, ਫਿਰੋਜ਼ਪੁਰ ਦੇ ਕੋਲੇ ਪੈਂਦਾ ਹੈ। ਮੁਦਕੀ ਦੀ ਲੜਾਈ ਆ, ਠੀਕ ਹੈ ਜੀ, ਮੁਦਕੀ ਦੀ ਲੜਾਈ ਲੜੀ ਜਾਂਦੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੁੰਦਾ? ਕੀ 1845-46 ਦਾ ਯੁੱਧ ਹੁੰਦਾ ਹੈ। ਆਪਣੇ ਵਿੱਚ ਕੁਝ ਬੰਦੇ ਗਦਾਰ ਹੁੰਦੇ ਆ ਤਾਂ ਆਪਾਂ ਹਾਰ ਜਾਂਦੇ ਆ। ਫਿਰ ਦੁਬਾਰਾ ਫਿਰ 48-49 ਦੇ ਵਿੱਚ ਕੀ ਹੁੰਦਾ? ਫਿਰ ਸੈਕੰਡ ਐਂਗਲੋ ਸਿੱਖ, ਜਿਹਨੂੰ ਆਪਾਂ ਕਹਿ ਦਿੰਦੇ ਆ ਦੂਜਾ ਐਂਗਲੋ ਸਿੱਖ ਯੁੱਧ ਹੁੰਦਾ ਹੈ, ਠੀਕ ਹੈ ਜੀ, ਠੀਕ ਹੈ ਜੀ, ਐਂਗਲੋ ਸਿੱਖ ਯੁੱਧ ਹੁੰਦਾ ਹੈ। ਤੇ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਯੁੱਧ ਲੜੇ ਜਾਂਦੇ ਆ। ਦੂਜਾ ਐਂਗਲੋ ਸਿੱਖ ਯੁੱਧ ਦੇ ਵਿੱਚ ਜਿਹੜੀ ਪਹਿਲੀ ਲੜਾਈ ਲੜੀ ਜਾਂਦੀ ਹੈ ਰਾਜੇ, ਉਹ ਰਾਮਨਗਰ ਦੀ ਲੜਾਈ ਹੁੰਦੀ ਹੈ, ਠੀਕ ਹੈ ਜੀ, ਰਾਮਨਗਰ ਦੀ ਲੜਾਈ। ਇਹ ਸਾਰਾ ਕੁਝ ਯਾਦ ਰੱਖਣਾ। ਇਹਦੇ ਵਿੱਚ ਇੱਕ ਪ੍ਰਸ਼ਨ ਹੋਰ ਆਉਂਦਾ ਹੁੰਦਾ ਵੀ ਕਿਹੜੀ ਲੜਾਈ ਨੂੰ ਬੈਟਲ ਆਫ ਗਨ ਕਹਿੰਦੇ ਆ? ਗੁਜਰਾਤ ਦੀ ਲੜਾਈ। ਗੁਜਰਾਤ ਪਾਕਿਸਤਾਨ ਵਾਲਾ, ਇੰਡੀਆ ਵਾਲਾ ਨਹੀਂ ਮੈਂ ਕਹਿ ਰਿਹਾ। ਤਾਂ ਕਾਫੀ ਚੀਜ਼ਾਂ ਹੈਗੀਆਂ ਨੇ ਬਹੁਤ ਡਿਟੇਲ ਚ, ਅਗਰ ਪੜ੍ਹਨਾ ਤਾਂ ਥਿਊਰੀ ਦੀ ਸਾਰੀ ਕਲਾਸਾਂ ਲਗਾ ਲਓ, ਪੰਜਾਬ ਜੀਕੇ ਦੀਆਂ ਲਾਈਆਂ ਹੋਈਆਂ ਆਪਾਂ ਚੈਨਲ ਦੇ ਉੱਪਰ। ਇਸ ਪ੍ਰਸ਼ਨ ਦੇ ਵਿੱਚ ਉਹਨਾਂ ਨੇ ਪੁੱਛਿਆ ਵੀ ਪਹਿਲਾ ਐਂਗਲੋ ਸਿੱਖ ਯੁੱਧ 1845-46 ਦੇ ਵਿੱਚ, ਦੂਜਾ ਜੇ ਪੁੱਛੂਗਾ ਤਾਂ 48-49 ਦੇ ਵਿੱਚ। ਤੇ ਰਾਜਾ ਕੌਣ ਸੀ ਉਸ ਟਾਈਮ ਤੇ? ਦਲੀਪ ਸਿੰਘ ਜੀ, ਠੀਕ ਹੈ ਜੀ। ਇਹਨਾਂ ਦੀ ਜਿਹੜੀ ਮਾਤਾ ਜੀ ਸੀਗੇ ਰਾਣੀ ਜਿੰਦ ਕੌਰ ਜੀ, ਉਹ ਕੀ ਕਰ ਰਹੇ ਸੀਗੇ? ਲੀਡ ਕਰ ਰਹੇ ਸੀਗੇ, ਉਹੀ ਰਾਜ ਚਲਾ ਰਹੇ ਸੀਗੇ। ਅੱਗੇ ਆਪਾਂ ਗੱਲ ਕਰੀਏ ਜੀ, ਅਗਰ ਕਹਿੰਦੇ ਖਦਰਾਣੇ ਦੀ ਢਾਬ ਦੀ ਜੰਗ, ਖਦਰਾਣਾ ਕੀ ਹੈ? ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਹੈ, ਠੀਕ ਹੈ ਜੀ, ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਹੈ। ਢਾਬ ਦਾ ਮਤਲਬ ਹੁੰਦਾ ਜਿੱਥੇ ਪਾਣੀ ਇਕੱਠਾ ਹੋ ਜਾਂਦਾ ਵਰਖਾ ਦਾ, ਠੀਕ ਹੈ ਜੀ। ਤਾਂ ਪੁਰਾਣੇ ਸਮੇਂ ਤੇ ਜੰਗਾਂ ਢਾਬ ਦੇ ਨੇੜੇ ਤੇੜੇ ਲੜੀਆਂ ਜਾਂਦੀਆਂ ਸੀਗੀਆਂ, ਕਿਉਂਕਿ ਜੰਗਾਂ ਦੇ ਰੂਲ ਹੁੰਦੇ ਸੀਗੇ ਵੀ ਉੱਥੇ ਰਾਤ ਨੂੰ ਲੜਾਈ ਨਹੀਂ ਲੜਨੀਗੀ, ਪਾਣੀ ਪੀਣ ਵਾਸਤੇ ਹੋਵੇ ਨੇੜੇ, ਹਨਾ, ਤਾਂ ਲੜਨਾ ਵੀ ਆ ਤੇ ਪਿਆਸੇ ਥੋੜੀ ਮਰ ਜਾਣਗੇ। ਤਾਂ ਮੁਕਤਸਰ ਸਾਹਿਬ ਦੀ ਜਿਹੜੀ ਲੜਾਈ ਹੋਈ ਆ ਰਾਜੇ, ਇਹਨੂੰ ਖਦਰਾਣੇ ਦੀ ਢਾਬ ਦੀ ਜੰਗ ਕਹਿੰਦੇ ਆ। ਇਹ ਜਦੋਂ ਮਹਾਰਾਜਾ ਚਮਕੌਰ ਦੀ ਗੜੀ ਤੋਂ ਨਿਕਲ ਕੇ ਮਾਛੀਵਾੜੇ ਹੁੰਦੇ ਹੋਏ ਜਾਣੀ ਕਿ ਪਹੁੰਚਦੇ ਆ, ਤਾਂ 1705 ਈਸਵੀ ਦੇ ਵਿੱਚ ਇਹ ਲੜਾਈ ਲੜੀ ਜਾਂਦੀ ਹੈ। ਤੇ ਤੁਹਾਨੂੰ ਪਤਾ ਵੀ ਮਾਤਾ ਭਾਗ ਕੌਰ, ਮਾਈ ਭਾਗੋ ਜਿਹਨੂੰ ਕਹਿ ਦਿੰਦੇ ਆ, ਠੀਕ ਹੈ ਜੀ, ਮਾਈ ਭਾਗੋ ਮੈਂ ਲਿਖ ਦਿੰਦਾ, ਚਲੋ ਤੁਹਾਨੂੰ ਇਦਾਂ ਹੀ ਯਾਦ ਰਹਿ ਜਾਊਗਾ, ਅਦਰਵਾਈਜ਼ ਤੁਸੀਂ ਕਨਫਿਊਜ਼ ਹੋ ਜਾਓਗੇ, ਠੀਕ ਹੈ ਜੀ। ਮਾਈ ਭਾਗੋ ਜੀ ਤੇ ਜਿਹੜੇ 40 ਸਿੰਘ ਬੇਦਾਵਾ ਦੇ ਕੇ ਆਉਂਦੇ, ਜਿਨ੍ਹਾਂ ਦਾ ਹੈੱਡ ਹੁੰਦਾ ਭਾਈ ਮਾਹ ਸਿੰਘ, ਠੀਕ ਹੈ ਜੀ, ਮਾਹ ਸਿੰਘ, ਉਹ ਕੀ ਕਰਦੇ ਨੇ? ਇੱਥੇ ਬਹੁਤ ਬਹਾਦਰੀ ਨਾਲ ਲੜਦੇ ਆ। ਤੇ ਮਾਹ ਸਿੰਘ ਦੇ ਮਤਲਬ ਕੁਝ ਕੁ ਸਵਾਸ ਬਾਕੀ ਹੁੰਦੇ ਆ। ਜਦੋਂ ਮਹਾਰਾਜ ਆਉਂਦੇ ਆ ਤੇ ਮਹਾਰਾਜ ਨੂੰ ਉਹ ਬੇਨਤੀ ਕਰਦੇ ਆ ਵੀ ਸਾਡਾ ਬੇਦਾਵਾ ਪਾੜ ਦਿਓ, ਤਾਂ ਮਹਾਰਾਜ ਉੱਥੇ ਬੇਦਾਵਾ ਪਾੜ ਕੇ ਉਹਨਾਂ ਨੂੰ ਮੁਕਤ ਕਰ ਦਿੰਦੇ। ਤਾਂ ਹੀ ਇੱਥੋਂ ਦੇ ਜਿਹੜਾ ਖਦਰਾਣੇ ਦੀ ਢਾਬ ਦਾ ਨਾਮ ਮੁਕਤਸਰ ਰੱਖਿਆ ਗਿਆ। ਇੱਥੇ ਮਾਘੀ ਦਾ ਮੇਲਾ ਵੀ ਲੱਗਦਾ, ਠੀਕ ਹੈ ਜੀ। ਤਾਂ ਇਹ 40 ਮੁਕਤਿਆਂ ਦੇ ਨਾਲ ਸੰਬੰਧਿਤ ਹੈ, ਠੀਕ ਹੈ ਜੀ। 40 ਮੁਕਤੇ ਕਿਹੜੇ? 40 ਉਹ ਸਿੰਘ ਜਿਹੜੇ ਬੇਦਾਵਾ ਦੇ ਕੇ ਆਏ ਸੀਗੇ ਅਨੰਦਪੁਰ ਸਾਹਿਬ ਜਦੋਂ ਘੇਰਾ ਪਿਆ ਹੋਇਆ ਸੀਗਾ, ਠੀਕ ਹੈ ਜੀ। ਬਾਕੀ ਲੰਮੀ ਚੌੜੀ ਇਹ ਸਾਰੀ ਗਾਥਾ ਹੈਗੀ ਆ, ਇਹ ਆਪਾਂ ਕਰਵਾਇਆ ਹੋਇਆ, ਪਰ ਵਾਰ-ਵਾਰ ਮੈਂ ਕਹਿ ਰਿਹਾ ਵੀ ਥਿਊਰੀ ਪੜ੍ਹ ਲਿਓ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਦਾ ਨਾਮ ਕੀ ਸੀਗਾ? ਤਾਂ ਸਭ ਤੋਂ ਪਹਿਲਾਂ ਤਾਂ ਇਹ ਯਾਦ ਰੱਖਣਾ, ਜੇ ਬੰਦਾ ਸਿੰਘ ਬਹਾਦਰ ਦਾ ਜੀਵਨ ਕਾਲ ਦੀ ਗੱਲ ਕਰੀਏ ਤਾਂ 1670 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ। ਜਨਮ ਕਿੱਥੇ ਹੁੰਦਾ ਕਈ ਵਾਰੀ ਇਹ ਪੁੱਛ ਲੈਂਦੇ ਆ, ਠੀਕ ਹੈ ਜੀ, ਰਜੌਰੀ ਹੈ। ਜ਼ਿਲ੍ਹਾ ਕਿਹੜਾ ਪੈਂਦਾ? ਪੁਨਛ ਪੈਂਦਾ। ਤੇ ਕਿੱਥੇ ਪੈਂਦਾ? ਇਹ ਕਸ਼ਮੀਰ ਦੇ ਵਿੱਚ, ਠੀਕ ਹੈ ਜੀ।
ਤਾਂ ਇਸ ਤੋਂ ਬਾਅਦ ਅਗਰ ਇਹਨਾਂ ਦੀ ਆਪਾਂ ਸ਼ਹੀਦੀ ਦੀ ਗੱਲ ਕਰਦੇ ਹਾਂ ਵੀ ਸ਼ਹੀਦੀ ਕਦੋਂ ਹੁੰਦੀ ਹੈ ਇਹਨਾਂ ਦੀ, ਤਾਂ ਦਿੱਲੀ ਵਿਖੇ ਇਹਨਾਂ ਦੀ ਸ਼ਹੀਦੀ ਹੁੰਦੀ ਹੈ। ਫਾਰੂਕ-ਉਸ-ਸਿਆਰ ਕਰਵਾਉਂਦਾ ਹੈ। 9 ਜੂਨ 1716 ਨੂੰ ਇਹਨਾਂ ਦੀ ਸ਼ਹੀਦੀ ਹੁੰਦੀ ਹੈ। ਤੇ ਉਸ ਟਾਈਮ ਤੇ ਇਹਨਾਂ ਦੀ ਵਾਈਫ ਵੀ ਹੁੰਦੇ ਆ ਬੀਬੀ ਸੁਸ਼ੀਲ ਕੌਰ ਜੀ, ਉਹ ਵੀ ਸ਼ਹੀਦੀ ਪਾਉਂਦੇ ਆ, ਮਤਲਬ ਆਪਣੇ ਆਪ ਨੂੰ ਖਤਮ ਕਰ ਲੈਂਦੇ ਆ। ਤੇ ਇਹਨਾਂ ਦੇ ਇੱਕ ਬੇਟੇ ਹੁੰਦੇ ਆ ਬਾਬਾ ਅਜੇ ਸਿੰਘ। ਉਸ ਟਾਈਮ ਤੇ ਇਹਨਾਂ ਦੀ ਉਮਰ ਪੌਣੇ 4 ਸਾਲ ਹੁੰਦੀ ਹੈ। ਵੈਸੇ ਚਲੋ ਇਤਿਹਾਸਕਾਰਾਂ ਨੇ 4 ਸਾਲ ਲਿਖੀ ਹੈ। ਤਾਂ ਇਹਨਾਂ ਦਾ ਦਿਲ ਕੱਢ ਕੇ, ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ 'ਚ ਪਾਇਆ ਜਾਂਦਾ ਹੈ। ਤਾਂ ਬਹੁਤ ਮਤਲਬ ਕਿ ਬੇਰਹਿਮੀ ਨਾਲ ਬਾਬਾ ਜੀ ਨੂੰ ਤਸੀਹੇ ਦਿੱਤੇ ਜਾਂਦੇ ਆ ਤੇ ਅੰਤ ਨੂੰ 9 ਜੂਨ 1716 ਨੂੰ ਸ਼ਹੀਦੀ ਪਾਉਂਦੇ ਆ। ਤੇ ਪੁੱਤਰ ਦਾ ਨਾਮ ਸੀਗਾ ਜੀ ਬਾਬਾ ਅਜੇ ਸਿੰਘ। ਠੀਕ ਹੈ, ਯਾਦ ਰੱਖਣਾ। ਗੁਰਦਾਸ ਨੰਗਲ ਤੇ ਤੋਂ ਬਾਬਾ ਜੀ ਦੀ ਕੀ ਹੁੰਦੀ ਹੈ, ਗ੍ਰਿਫਤਾਰੀ ਹੁੰਦੀ ਹੈ। ਇਹ ਸਾਰਾ ਮੈਂ ਡਿਟੇਲ 'ਚ ਕਰਵਾਇਆ ਹੋਇਆ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਏ ਜੀ ਆਪਣੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ। ਇਹਨਾਂ ਦਾ ਜਨਮ ਕਦੋਂ ਹੋਇਆ? ਇਹ ਲੁਧਿਆਣੇ ਦੇ ਨੇੜੇ ਪਿੰਡ ਸਰਾਭਾ ਹੈਗਾ, ਉੱਥੇ ਇਹਨਾਂ ਦਾ ਜਨਮ ਹੁੰਦਾ ਰਾਜੇ। ਤਾਂ 24 ਮਈ 1896 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ। ਤੇ ਇਹਨਾਂ ਨੂੰ ਫਾਂਸੀ ਕਦੋਂ ਹੋਈ ਸੀਗੀ? ਫਾਂਸੀ ਦਿੱਤੀ ਇਹਨੂੰ ਬਰਤਾਨਵੀ ਹਕੂਮਤ ਨੇ ਦਿੱਤੀ ਹੈ, ਬਰਤਾਨਵੀ ਸਰਕਾਰ ਨੇ ਦਿੱਤੀ ਹੈ। ਤੁਸੀਂ ਗਦਰ ਦਾ ਨਾਮ ਸੁਣਿਆ ਹੋਊਗਾ, ਗਦਰ ਲਹਿਰ, ਗਦਰ ਦਾ ਅਖਬਾਰ ਵੀ ਚੱਲਦਾ ਸੀਗਾ। ਤਾਂ ਉਹਦੇ ਵਿੱਚ ਇਹ ਕਾਫੀ ਸਰਗਰਮ ਸੀਗੇ। ਠੀਕ ਹੈ ਜੀ, ਇਹਨਾਂ ਦੀ ਗਤੀਵਿਧੀਆਂ ਕਰਕੇ ਇਹਨਾਂ ਨੂੰ ਕੀ ਮਿਲਦੀ ਹੈ? ਫਾਂਸੀ ਮਿਲਦੀ ਹੈ 16 ਨਵੰਬਰ। ਠੀਕ ਹੈ ਜੀ, 16 ਨਵੰਬਰ 1915 ਨੂੰ ਇਹਨਾਂ ਨੂੰ ਕੀ ਹੈ ਜੀ, ਫਾਂਸੀ ਦਿੱਤੀ ਜਾਂਦੀ ਹੈ। ਤੇ ਜਨਮ ਤੁਹਾਨੂੰ ਮੈਂ ਦੱਸਤਾ ਵੀ 24 ਮਈ 1896 ਤੇ 16 ਨਵੰਬਰ 1915। ਠੀਕ ਹੈ ਜੀ, ਦੇਖ ਲਓ ਕਿੰਨੀ ਛੋਟੀ ਉਮਰ ਹੈ। ਤਾਂ ਇਹਨਾਂ ਨੂੰ ਫਾਂਸੀ ਹੋਈ ਸੀਗੀ। ਅੱਗੇ ਚੱਲਦੇ ਹਾਂ ਜੀ ਆਪਾਂ, ਨੈਕਸਟ ਚੱਲਦੇ ਹਾਂ। ਅੱਗੇ ਆ ਗਿਆ ਜੀ ਕਾਮਾ ਗਾਟਾ ਮਾਰੂ ਦਾ ਸਾਕਾ। ਸਾਰਿਆਂ ਨੇ ਜਦੋਂ ਆਪਾਂ ਕਾਮਾ ਗਾਟਾ ਮਾਰੂ ਦਾ ਨਾਮ ਲੈਂਦੇ ਆ ਤਾਂ ਆਪਣੇ ਅੱਖਾਂ ਅੱਗੇ ਇੱਕ ਤਸਵੀਰ ਆਉਂਦੀ ਆ। ਉਹ ਤਸਵੀਰ ਕਿਹਦੀ ਆਉਂਦੀ ਆ? ਬਾਬਾ ਗੁਰਦਿੱਤ ਸਿੰਘ ਦੀ ਆਉਂਦੀ ਹੈ। ਠੀਕ ਹੈ ਜੀ, ਬਾਬਾ ਗੁਰਦਿੱਤ ਸਿੰਘ ਕੌਣ ਸੀਗੇ? ਇੱਕ ਪਿੰਡ ਹੈ। ਠੀਕ ਹੈ ਜੀ, ਪਹਿਲਾਂ ਤਾਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਸੀਗਾ, ਹੁਣ ਪੈਂਦਾ ਜੀ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ, ਸਰਹਾਲੀ। ਠੀਕ ਹੈ ਜੀ, ਤਰਨ ਠੀਕ ਹੈ ਜੀ, ਜ਼ਿਲ੍ਹੇ ਵਿੱਚ ਪੈਂਦਾ ਹੈ। ਇਹ ਯਾਦ ਰੱਖ ਲਿਓ। ਬਾਬਾ ਗੁਰਦਿੱਤ ਸਿੰਘ ਜੀ ਨੇ ਕੀ ਕੀਤਾ ਸੀ? ਇੱਕ ਨਾ ਜਾਪਾਨੀ ਜਹਾਜ਼ ਕਿਰਾਏ ਤੇ ਲਿਆ ਸੀਗਾ, ਜਿਹਦਾ ਨਾਮ ਬਦਲ ਕੇ ਰੱਖਤਾ ਸੀਗਾ ਨਾਨਕ ਨਾਮ ਜਹਾਜ਼। ਉਹਦੇ ਵਿੱਚ ਬਾਬਾ ਜੀ ਨੇ 376 ਮੁਸਾਫਰ ਲੈ ਕੇ ਜਾ ਰਹੇ ਸੀਗੇ, ਕੈਨੇਡਾ ਪਹੁੰਚਣਾ ਸੀ। ਪਰ ਇਹਨਾਂ ਨੂੰ ਵੈਨਕੂਵਰ ਰੋਕ ਲੈਂਦੇ ਆ। ਇਹਨਾਂ ਵਿੱਚੋਂ ਕੁਝ ਕੁ ਬੰਦਿਆਂ ਨੂੰ ਤਾਂ ਉਹ ਅਸੈਪਟ ਕਰਦੇ, ਬਾਕੀਆਂ ਨੂੰ ਵਾਪਸ ਭੇਜ ਦਿੰਦੇ ਆ। ਤੇ ਕਾਫੀ ਚੀਜ਼ਾਂ ਹੁੰਦੀਆਂ ਨੇ। ਬਸ ਇਹ ਜਿਹੜੀ ਘਟਨਾ ਹੁੰਦੀ ਹੈ 1914 ਵਿੱਚ ਹੁੰਦੀ ਹੈ, ਤੁਸੀਂ ਇਹ ਯਾਦ ਰੱਖਣਾ। ਠੀਕ ਹੈ ਜੀ, 1913 ਵਿੱਚ ਗਦਰ ਤੇ 1914 ਦੇ ਵਿੱਚ ਕਾਮਾ ਗਾਟਾ ਮਾਰੂ ਦੀ ਘਟਨਾ। ਤੁਹਾਨੂੰ ਇੱਕ ਤਸਵੀਰ ਵੀ ਦਿਖਾਉਣਾ ਬਾਬਾ ਜੀ ਦੀ। ਠੀਕ ਹੈ, ਆਹ ਦੇਖੋ। ਇਹ ਇੱਕ ਮਿੰਟ, ਆ ਬਾਬਾ ਜੀ ਦੀ ਤਸਵੀਰ ਆ, ਓਰੀਜਨਲ ਤਸਵੀਰ ਬਾਬਾ ਜੀ ਦੀ। ਤੇ ਤੁਹਾਨੂੰ ਮੈਂ ਉਹ ਜਹਾਜ਼ ਵੀ ਦਿਖਾਉਣਾ ਜਿਹਨੂੰ ਸਟੀਮ ਲਾਈਨਰ ਬੋਲਦੇ ਆ। ਸਮੁੰਦਰੀ ਜਹਾਜ਼ ਹੁੰਦਾ ਜਿਹੜਾ ਭਾਪ ਨਾਲ ਚੱਲਦਾ। ਇਹ ਵੀ ਯਾਦ ਰੱਖ ਲਿਓ, ਕਿ ਪੁੱਛ ਲੈਂਦੇ ਆ ਵੀ ਕਾਮਾ ਗਾਟਾ ਮਾਰੂ ਕੀ ਹੈ? ਇੱਕ ਸਟੀਮ ਲਾਈਨਰ ਸੀਗਾ ਰਾਜੇ। ਠੀਕ ਹੈ, 1914 ਨੂੰ ਇਹ ਘਟਨਾ ਵਾਪਰੀ ਸੀਗੀ। ਬਾਕੀ ਡਿਟੇਲ ਚ ਤੁਹਾਨੂੰ ਮੈਂ ਵਾਰ-ਵਾਰ ਕਹਿ ਰਿਹਾ ਵੀ ਥਿਊਰੀ ਪੜ੍ਹ ਲਿਓ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਫੈਜ਼ਲਪੁਰੀਆ ਮਿਸਲ ਦਾ ਮੋਢੀ ਕੌਣ ਸੀ? ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਆਪਣੇ, ਠੀਕ ਹੈ ਜੀ, ਮਹਾਰਾਜਾ ਰਣਜੀਤ ਸਿੰਘ ਜੀ ਤੋਂ ਪਹਿਲਾਂ ਮਿਸਲਾਂ ਦੇ ਵਿੱਚ ਵੰਡੇ ਹੋਏ ਸੀ ਆਪਾਂ। 12 ਮਿਸਲਾਂ ਸੀਗੀਆਂ ਆਪਣੀਆਂ ਤੇ ਹਰੇਕ ਮਿਸਲ ਦਾ ਇੱਕ ਕੀ ਹੁੰਦਾ ਸੀ? ਮਿਸਲਦਾਰ ਹੁੰਦਾ ਸੀ, ਜਥੇਦਾਰ ਹੁੰਦਾ ਸੀਗਾ। ਤਾਂ ਫੈਜ਼ਲਪੁਰੀਆ ਮਿਸਲ ਦਾ ਜਿਹੜਾ ਜਥੇਦਾਰ ਸੀਗਾ ਉਹ ਨਵਾਬ ਕਪੂਰ ਸਿੰਘ ਜੀ ਸੀਗੇ। ਪਰ ਮੈਂ ਤੁਹਾਨੂੰ ਇੱਕ ਨਾ ਬਹੁਤ, ਜਦੋਂ ਸਟਾਰਟਿੰਗ 'ਚ ਮੈਂ ਚੈਨਲ ਚਲਾਇਆ ਅੱਜ ਤੋਂ 2 ਸਾਲ 2.5 ਸਾਲ ਪਹਿਲਾਂ, ਉਹਦੇ ਇੱਕ ਟ੍ਰਿਕ ਕਰਾਈ ਸੀ। ਉਹ ਟ੍ਰਿਕ ਮੈਂ ਵੀ ਉਮਰ ਭਰ ਤੁਹਾਨੂੰ ਯਾਦ ਰਹਿਣਗੀਆਂ, ਤੁਸੀਂ ਇੱਕ ਵਾਰੀ ਅਗਰ ਟ੍ਰਿਕ ਨਾਲ ਕਰੋਗੇ ਤਾਂ। ਦੇਖੋ, ਇੱਕ ਹੈਗੀ ਹੈ ਜੀ ਕਰੋੜ ਸਿੰਘੀਆ ਮਿਸਲ। ਕਰੋੜ ਸਿੰਘੀਆ ਮਿਸਲ ਤੁਹਾਨੂੰ ਯਾਦ ਰੱਖਣ ਦਾ ਸਿੰਪਲ ਤਰੀਕਾ ਹੈ ਵੀ ਕਰੋੜ ਸਿੰਘ, ਬਸ ਨਾਮ ਯਾਦ ਰੱਖ ਲਿਓ। ਬਾਬਾ ਦੀਪ ਸਿੰਘ ਵੀ ਤੁਹਾਨੂੰ ਯਾਦ ਰਹਿ ਜਾਣਗੇ, ਸ਼ਹੀਦੀ ਮਿਸਲ, ਕਿਉਂਕਿ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਹੁਤ ਅਨੋਖੀ ਸ਼ਹੀਦੀ ਸੀਗੀ। ਇਹ ਸਾਰਿਆਂ ਨੂੰ ਆਪਾਂ ਨੂੰ ਯਾਦ ਰਹੂਗੀ। ਹੁਣ ਅਗਲੀ ਮਿਸਲ ਆ ਗਈ ਹੈ ਨਕਈ ਮਿਸਲ। ਹੁਣ ਨਕਈ ਮਿਸਲ ਨੂੰ ਯਾਦ ਰੱਖਣ ਦਾ ਟ੍ਰਿਕ ਕੀ ਹੈ? ਠੀਕ ਹੈ, ਨਕਈ ਤੋਂ ਯਾਦ ਰੱਖਣਾ ਤੁਸੀਂ ਨੱਕ, ਤੇ ਨੱਕ ਦੇ ਵਿੱਚ ਕੀ ਪਾਉਣੇ ਆਪਾਂ? ਕੋਕਾ। ਤੇ ਕੋਕਾ ਸਭ ਤੋਂ ਮਹਿੰਗਾ ਕਿਹੜਾ ਹੁੰਦਾ? ਜੇ ਹੀਰੇ ਦਾ ਬਣਿਆ ਹੋਵੇ। ਤਾਂ ਜਨਾਨੀਆਂ ਕਦੋਂ ਖੁਸ਼ ਹੁੰਦੀਆਂ? ਜਦੋਂ ਹੀਰੇ ਦਾ ਕੋਈ ਕੋਕਾ ਪਾਊਗਾ। ਤਾਂ ਨੱਕ ਦੇ ਵਿੱਚ ਕੀ ਪਾਵਾਂਗੇ ਆਪਾਂ? ਹੀਰਾ। ਤਾਂ ਇੱਥੇ ਯਾਦ ਰੱਖਣਾ ਆਪਾਂ, ਨਕਈ ਮਿਸਲ ਦਾ ਹੈੱਡ ਕੌਣ ਸੀਗਾ? ਹੀਰਾ ਸਿੰਘ ਸੰਧੂ। ਅੱਗੇ ਆ ਗਿਆ ਜੀ ਡੱਲੇਵਾਲੀਆ ਮਿਸਲ। ਤਾਂ ਗੁਲਾਬ ਸਿੰਘ ਡੱਲੇਵਾਲੀਆ। ਡੱਲੇਵਾਲੀਆ ਤੋਂ ਯਾਦ ਰੱਖਣੀ ਆ ਡਾਲ। ਡਾਲ ਦਾ ਮਤਲਬ ਕੀ ਹੁੰਦਾ? ਟਹਿਣੀ। ਤੇ ਟਹਿਣੀ ਦੇ ਕੀ ਲੱਗਦੇ ਨੇ? ਗੁਲਾਬ ਲੱਗਦੇ ਨੇ। ਤੇ ਡੱਲੇਵਾਲੀਆ ਮਿਸਲ ਦਾ ਸਰਦਾਰ ਕੌਣ ਸੀਗਾ? ਗੁਲਾਬ ਸਿੰਘ ਡੱਲੇਵਾਲੀਆ। ਰਾਮਗੜੀਆ ਆਪਾਂ ਯਾਦ ਰੱਖ ਸਕਦੇ ਹਾਂ, ਜਿਵੇਂ ਆਲੂਵਾਲੀਆ ਮਿਸਲ ਜੱਸਾ ਸਿੰਘ ਆਲੂਵਾਲੀਆ ਜੀ ਨੇ, ਤੇ ਰਾਮਗੜੀਆ ਮਿਸਲ ਦਾ ਸਰਦਾਰ ਕੌਣ ਸੀਗਾ? ਜੱਸਾ ਸਿੰਘ ਰਾਮਗੜੀਆ ਜੀ ਸੀਗੇ। ਅੱਗੇ ਆ ਗਿਆ ਜੀ ਨਿਸ਼ਾਨੇ ਵਾਲੀਆ ਮਿਸਲ। ਤਾਂ ਦਸੌਂਦਾ ਸਿੰਘ ਗਿੱਲ। ਨਿਸ਼ਾਨੇ ਵਾਲੀਆ ਯਾਦ ਰੱਖ ਲਿਓ, ਕਹਿੰਦਾ ਜੀ ਇੱਕ ਬੰਦੇ ਦਾ ਨਾ ਬਹੁਤ ਨਿਸ਼ਾਨਾ ਤਕੜਾ ਸੀਗਾ। ਉਹ ਕਹਿੰਦਾ ਨਿਸ਼ਾਨੇ, ਕਹਿੰਦਾ ਨਿਸ਼ਾਨਾ ਲਾ, ਕਹਿੰਦਾ ਦੱਸ ਕਿੱਥੇ? ਨਿਸ਼ਾਨੇ ਵਾਲੀ ਦਾ ਯਾਦ ਰੱਖਣਾ ਨਿਸ਼ਾਨਾ, ਦਸੌਂਦੇ ਤੋਂ ਰੱਖਣਾ ਯਾਦ 10। ਕਹਿੰਦਾ ਨਿਸ਼ਾਨਾ ਲਾ, ਕਹਿੰਦਾ ਕਿੱਥੇ ਦੱਸ? ਤਾਂ ਨਿਸ਼ਾਨੇ ਵਾਲੀ ਮਿਸਲ ਤੋਂ ਸਰਦਾਰ ਕੌਣ ਸੀਗਾ? ਦਸੌਂਦਾ ਸਿੰਘ ਗਿੱਲ ਸੀਗਾ। ਅੱਗੇ ਆ ਗਿਆ ਜੀ ਫੁਲਕੀਆਂ ਮਿਸਲ। ਠੀਕ ਹੈ ਜੀ, ਹੁਣ ਕੋਈ ਮੇਰਾ ਭਰਾ ਕੋਈ ਚੌਧਰੀ ਹੋਊਗਾ ਤਾਂ ਮਾਫ ਕਰਿਓ, ਮੈਂ ਇੱਕ ਟ੍ਰਿਕ ਕੱਲ ਨੂੰ ਮੈਂ ਆਪਦੇ ਉੱਪਰ ਵੀ ਲਾ ਕੇ ਟ੍ਰਿਕ ਬਣਾ ਸਕਦਾ। ਫੁਲਕੀਆਂ ਮਿਸਲ ਜਿਵੇਂ ਪੰਜਾਬੀ 'ਚ ਨਾ ਰੋਟੀਆਂ ਨੂੰ ਫੁਲਕੇ ਕਹਿ ਦਿੰਦੇ ਆ। ਤੇ ਚੌਧਰੀ ਬਹੁਤ ਸਰੀਰ ਦੇ ਤਕੜੇ ਹੁੰਦੇ, ਜੁੱਸਾ ਬਹੁਤ ਤਕੜਾ ਹੁੰਦਾ, ਰੋਟੀਆਂ ਕਾਫੀ ਖਾਂਦੇ ਆ।
ਤਾਂ ਫੁਲਕਿਆਂ ਤੇ ਯਾਦ ਰੱਖ ਲਿਓ ਚੌਧਰੀ, ਫੁਲਕੇ ਵੱਧ ਖਾਂਦੇ ਆ ਹਨਾ, ਚੌਧਰੀ ਫੂਲ ਸਿੰਘ। ਭੰਗੀ ਮਿਸਲ, ਭੰਗ ਕਿਹੜੇ ਰੰਗ ਦੀ ਹੁੰਦੀ ਆ? ਹਰੇ ਰੰਗ ਦੀ ਹੁੰਦੀ ਆ, ਹਰੀ ਸਿੰਘ। ਠੀਕ ਹੈ ਜੀ, ਯਾਦ ਰੱਖ ਲਿਓ, ਇਹ ਐਕਸਟਰਾ ਇਨਫੋਰਮੇਸ਼ਨ ਹੈ, ਇਹਨੂੰ ਚਾਹੇ ਛੱਡ ਦਿਓ। ਆਲੂ ਵਾਲੀਆ ਮਿਸਲ ਸਰਦਾਰ ਜੱਸਾ ਸਿੰਘ ਆਲੂ ਵਾਲੀਆ। ਤੇ ਕਨ੍ਹਈਆ, ਕਹਿੰਦਾ ਕਨ੍ਹਈਆ ਜੈ ਕਨ੍ਹਈਆ ਲਾਲ ਕੀ। ਠੀਕ ਹੈ, ਕਨ੍ਹਈਆ ਮਿਸਲ ਸਰਦਾਰ ਕੌਣ ਸੀਗੇ? ਜੈ ਸਿੰਘ ਸੰਧੂ। ਠੀਕ ਹੈ ਜੀ, ਰਾਣੀ ਸਦਾ ਕੌਰ ਵੀ ਇਹਨਾਂ ਦੀ ਹੀ ਮਿਸਲ ਦੇ ਵਿੱਚੋਂ ਸੀਗੀ। ਬਾਅਦ ਦੇ ਵਿੱਚ ਜਦੋਂ ਮਹਾਰਾਜਾ ਸਿੰਘ ਜੀ ਵਿਆਹ ਕਰਕੇ ਮਿਸਲ ਨੂੰ ਆਪਣੇ ਅੰਡਰ ਕਰ ਲੈਂਦੇ ਆ। ਤੇ ਹੁਣ ਆ ਗਈ ਜੀ ਫੈਜ਼ਲਪੁਰੀਆ ਮਿਸਲ, ਜਾਂ ਜਿਹਨੂੰ ਆਪਾਂ ਸਿੰਘਪੁਰੀਆ ਮਿਸਲ ਕਹਿ ਦਿੰਦੇ ਆ। ਤੇ ਜਿਹੜੇ ਆਹ ਆਪਣੇ ਬੁੱਢਾ ਦਲ ਤਰਨਾ ਦਲ ਹੁੰਦੇ ਸੀ, ਇਹਨਾਂ ਦਾ ਹੈੱਡ ਵੀ ਨਵਾਬ ਕਪੂਰ ਸਿੰਘ ਜੀ ਹੁੰਦੇ ਸੀਗੇ। ਤਾਂ ਇੱਥੋਂ ਯਾਦ ਰੱਖ ਲਿਓ ਫੈਜ਼ਲਪੁਰੀਆ ਜਾਂ ਸਿੰਘ ਜਿਹੜੇ ਹੈਗੇ ਸੀ, ਸਾਰੇ ਸਿੰਘਾਂ ਦੇ ਹੈੱਡ ਕੌਣ ਸੀਗੇ? ਨਵਾਬ ਕਪੂਰ ਸਿੰਘ ਜੀ ਸੀਗੇ। ਤੇ ਸ਼ੁਕਰ ਚੱਕੀਆ ਮਿਸਲ ਆਪਾਂ ਨੂੰ ਪਤਾ ਹੀ ਹੈ, ਇਹ ਕਿਹਦੇ ਨਾਲ ਰਿਲੇਟਡ ਹੈ? ਮਹਾਰਾਜਾ ਰਣਜੀਤ ਸਿੰਘ ਜੀ ਨਾਲ, ਉਹਨਾਂ ਦੇ ਪਿਤਾ ਜੀ ਨਾਲ, ਉਹਨਾਂ ਦੇ ਦਾਦੇ ਨਾਲ, ਉਹਨਾਂ ਦੇ ਪੜਦਾਦੇ ਨਾਲ। ਠੀਕ ਹੈ ਜੀ, ਸ਼ੁਕਰ ਚੱਕੀਆ ਮਿਸਲ। ਤਾਂ ਇਹ 12 ਦੀਆਂ 12 ਮਿਸਲਾਂ ਜਿਹੜੀਆਂ ਹੈਗੀਆਂ ਤੁਸੀਂ ਯਾਦ ਰੱਖਣੀਆਂ ਨੇ। ਅਗਲਾ ਪ੍ਰਸ਼ਨ ਆ ਗਿਆ ਜੀ ਆਪਣੇ ਕੋਲੇ। ਅਗਲਾ ਪ੍ਰਸ਼ਨ ਕੀ ਕਹਿੰਦਾ ਆਪਾਂ ਨੂੰ? ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਬੰਧਿਤ ਤਿੱਕੜੀ ਦੀ ਸਰਪ੍ਰਸਤੀ। ਹੁਣ ਤਿੱਕੜੀ ਕੀ ਸੀਗੀ? ਜੇ ਤੁਸੀਂ ਬਹੁਤ ਡਿਟੇਲ ਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪੜ੍ਹਿਆ ਹੋਊਗਾ ਤਾਂ ਤੁਹਾਨੂੰ ਯਾਦ ਰਹਿ ਜਾਊਗਾ ਰਾਜੇ, 1792 ਤੋਂ 97 ਦਾ ਟਾਈਮ ਸੀਗਾ। ਤਿੱਕੜੀ ਦਾ ਮਤਲਬ ਕੀ ਹੈ? ਜਦੋਂ ਮਾਂ ਸਿੰਘ ਜੀ ਦੀ ਮੌਤ ਹੁੰਦੀ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦੇ ਫਾਦਰ ਸਾਹਿਬ ਦੀ ਮੌਤ ਹੁੰਦੀ ਹੈ, ਤੇ 12 ਸਾਲ ਦੇ ਸੀਗੇ। ਤਾਂ ਹੁਣ ਦੇਖੋ 12 ਸਾਲ ਦਾ, ਚਾਹੇ ਜਿੰਨੇ ਮਰਜ਼ੀ ਇਹ ਸਮਝਦਾਰ ਸੀਗੇ, ਪਰ ਫਿਰ ਵੀ ਇੱਕ ਬਹੁਤ ਵੱਡਾ ਜਿਹੜਾ ਐਮਪਾਇਰ ਚਲਾਉਣਾ ਬਹੁਤ ਔਖਾ ਸੀਗਾ। ਤਾਂ ਉਸ ਟਾਈਮ ਤੇ ਜਿਹੜਾ 1792 ਤੋਂ 97 ਤੱਕ ਜਿਹੜਾ ਮੇਨ ਰਾਜ ਦਾ ਪ੍ਰਬੰਧ ਕੀਤਾ, ਇਹਨਾਂ ਦੀ ਇੱਕ ਮਾਤਾ ਰਾਜ ਕੌਰ ਜੀ, ਸੱਸ ਸਦਾ ਕੌਰ, ਤੇ ਇਹਨਾਂ ਦਾ ਇੱਕ ਦੀਵਾਨ ਸੀਗਾ ਲਖਪਤ ਰਾਏ। ਇਹ ਤਿੰਨਾਂ ਨੇ ਹੀ ਮਤਲਬ ਕਿ ਇਹ ਮਤਲਬ 3 ਬੰਦੇ ਹੋ ਗਏ ਨਾ, ਤਿੱਕੜੀ ਹੋ ਗਏ, 3 ਬੰਦਿਆਂ ਨੂੰ ਤਿੱਕੜੀ ਕਹਿ ਦਿੰਦੇ ਆ। ਤਾਂ ਤਿੰਨਾਂ ਬੰਦਿਆਂ ਨੇ ਹੀ ਸਮਝ ਲਓ ਰਾਜ ਚਲਾਇਆ। ਫਿਰ 1797 ਈਸਵੀ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਫਿਰ ਆਪ ਗੱਦੀ ਤੇ ਬਹਿੰਦੇ ਆ, ਮਤਲਬ 1799 ਚ ਬੈਠੇ ਸੀਗੇ, ਤੇ 1801 ਦੇ ਵਿੱਚ ਇਹਨਾਂ ਦਾ ਤਿਲਕ ਕੀਤਾ ਗਿਆ। ਕਹਿਣ ਦਾ ਭਾਵ ਕਿ 1797 ਦੇ ਵਿੱਚ ਅਸਲ ਦੇ ਵਿੱਚ ਜਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀ ਕੀਤਾ ਸੀਗਾ? ਆਪਣਾ ਰਾਜ ਪ੍ਰਬੰਧ ਆਪਣੇ ਅਕੋਰਡਿੰਗ ਚਲਾਉਣਾ ਸ਼ੁਰੂ ਕਰਤਾ ਸੀਗਾ। ਪਰ ਇਹ ਜਿਹੜਾ ਵਿੱਚ ਵਾਲਾ ਸਮਾਂ ਹੈਗਾ ਉਹਨਾਂ ਦੇ ਫਾਦਰ ਦੀ ਡੈਥ ਦਾ ਤੇ ਉਹਨਾਂ ਦੇ ਰਾਜ ਦਾ, ਉਹਦੇ ਵਿੱਚ ਜਿਹੜਾ ਸਮਾਂ ਸੀਗਾ 92 ਤੋਂ 97, ਉਹ ਤਿੱਕੜੀ ਦਾ ਸਮਾਂ ਕਿਹਾ ਜਾਂਦਾ ਹੈ, ਤਿੱਕੜੀ ਦੀ ਸਰਪ੍ਰਸਤੀ ਕਹਿੰਦੇ ਆ। ਤਾਂ ਯਾਦ ਰੱਖ ਲਿਓ, ਕਾਫੀ ਹਰੇਕ ਪੇਪਰ ਦੇ ਵਿੱਚ ਪੁੱਛ ਰਿਹਾ PSSS ਬੋਰਡ, ਹੋ ਸਕਦਾ ਤੁਹਾਨੂੰ ਵੀ ਪੁੱਛਿਆ ਜਾਵੇ। ਤਾਂ ਨਾਮ ਯਾਦ ਰੱਖ ਲਿਓ, ਦੀਵਾਨ ਲਖਪਤ ਰਾਏ, ਸਦਾ ਕੌਰ ਤੇ ਰਾਜ ਕੌਰ ਉਹਨਾਂ ਦੇ ਮਾਤਾ। ਅੱਗੇ ਆ ਗਿਆ ਜੀ ਮਰਦਾਂ ਦਾ ਗਿੱਧਾ। ਠੀਕ ਹੈ, ਮਰਦਾਂ ਦਾ ਗਿੱਧਾ ਕਿਹਨੂੰ ਕਹਿੰਦੇ ਆ? ਜਿਹਨੂੰ ਆਪਾਂ ਕਈ ਜਗ੍ਹਾ ਤੇ ਨਾ ਮਲਵਈ ਗਿੱਧਾ ਵੀ ਕਹਿ ਦਿੰਦੇ ਆ। ਠੀਕ ਹੈ ਜੀ, ਮਲਵਈ ਗਿੱਧਾ ਵੀ ਮਰਦਾਂ ਦਾ ਗਿੱਧਾ ਹੈ। ਇਹਦਾ ਦੂਜਾ ਨਾਮ ਹੈ ਮਲਵਈ ਗਿੱਧਾ। ਇਹ ਮਾਲਵੇ ਦਾ ਪ੍ਰਸਿੱਧ ਲੋਕ ਨਾਚ ਹੈ। ਠੀਕ ਹੈ ਜੀ, ਮਾਲਵਾ। ਅੱਗੇ ਗੱਲ ਕਰੀਏ ਜੀ ਆਪਾਂ, ਨੈਕਸਟ ਆ ਗਿਆ ਜੀ ਜੌਣਾ ਮੋੜ। ਜੌਣਾ ਮੋੜ ਤੇ ਹੁਣ ਚਲੋ ਫਿਲਮਾਂ ਵੀ ਕਾਫੀ ਆ ਗਈਆਂ ਨੇ, ਮੋੜ ਫਿਲਮ ਵੀ ਆ ਗਈ ਆ। ਪੰਜਾਬ ਦੇ ਕਿਸ ਖੇਤਰ ਦੇ ਨਾਲ ਸੰਬੰਧਿਤ ਲੋਕ ਨਾਇਕ ਹੈ? ਤਾਂ ਇਹ ਮਾਲਵੇ ਦੇ ਨਾਲ ਸੰਬੰਧਿਤ ਹੈ। ਤੁਹਾਨੂੰ ਸਭ ਨੂੰ ਪਤਾ ਹੋਊਗਾ, ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਪੈਂਦਾ ਮੌੜ। ਠੀਕ ਹੈ ਜੀ, ਮੌੜ ਦੇ ਨਾਲ ਸੰਬੰਧਿਤ ਹੈ। ਤੇ ਜਿਹੜੇ ਜੌਣਾ ਮੋੜ ਦੇ ਫਾਦਰ ਸਾਹਿਬ ਸੀਗਾ ਜੀ, ਉਹਨਾਂ ਦਾ ਨਾਮ ਸੀਗਾ ਜੀ ਖੜਕ ਸਿੰਘ। ਖੜਕ ਸਿੰਘ ਦੇ ਘਰ ਨਾਲ ਜਨਮ ਹੋਇਆ ਸੀਗਾ। ਤੇ ਇਹਦਾ ਇੱਕ ਭਰਾ ਸੀਗਾ, ਜੌਣਾ ਮੋੜ ਦਾ ਇੱਕ ਭਰਾ ਸੀਗਾ ਕਿਸ਼ਨਾ। ਤੁਸੀਂ ਸ਼ਾਇਦ ਇਹ ਵੀ ਸੁਰਿੰਦਰ ਸ਼ਿੰਦਾ ਜੀ ਹੁਣ ਚਲੋ ਚੜਾਈ ਕਰਕੇ ਉਹਨਾਂ ਦਾ ਇੱਕ ਗਾਣਾ ਬੜਾ ਮਸ਼ਹੂਰ ਹੋਇਆ ਸੀਗਾ, ਬਦਲਾ ਲੈ ਲਈ ਜੌਣਿਆਂ ਜੇ ਮਾਂ ਦਾ ਜਾਇਆ। ਤਾਂ ਕਿਸ਼ਨਾ ਜਿਹੜਾ ਸੀ ਨਾ, ਕਿਸ਼ਨਾ ਡਾਕੂਆਂ ਦੇ ਨਾਲ ਨਾ ਡਾਕੇ ਮਾਰਦਾ ਹੁੰਦਾ ਸੀਗਾ ਸ਼ੁਰੂ ਤੋਂ, ਬਚਪਨ ਤੋਂ ਹੀ, ਮਤਲਬ ਕਿ ਉਹ ਡਾਕੂਆਂ ਦੇ ਨਾਲ ਰਹਿੰਦਾ ਸੀਗਾ। ਤੇ ਕਿਸ਼ਨੇ ਦਾ ਇੱਕ ਸਾਥੀ ਹੁੰਦਾ ਹੈ ਜੈਮਲ। ਠੀਕ ਹੈ ਜੀ, ਜੈਮਲ ਮਤਲਬ ਕਿ ਜੈਮਲ ਤੇ ਕਿਸ਼ਨਾ ਮਤਲਬ ਦੋਨੇ ਡਾਕੂ ਹੁੰਦੇ ਆ। ਤੇ ਹੁੰਦਾ ਕੀ ਆ ਵੀ ਨਾ, ਇੱਕ ਦਿਨ ਨਾ ਕਿਸ਼ਨੇ ਨੂੰ ਮਤਲਬ ਪੁਲਿਸ ਲੱਭਦੀ ਹੁੰਦੀ ਹੈ, ਤੇ ਕਿਸ਼ਨਾ ਘਰੇ ਤਾਂ ਮਿਲਦਾ ਨਹੀਂਗਾ। ਫਿਰ ਉਹ ਜਿਹੜੀ ਪੁਲਿਸ ਹੁੰਦੀ ਹੈ ਜੌਣੇ ਮੋੜ ਦੇ ਪਿਤਾ ਜੀ ਨੂੰ ਤੇ ਜੌਣੇ ਮੋੜ ਨੂੰ ਫੜ ਕੇ ਲੈ ਜਾਂਦੀ ਹੈ। ਤੇ ਫਿਰ ਇੱਕ ਦਿਨ ਕੀ ਹੁੰਦਾ ਵੀ ਜਿਹੜਾ ਜੈਮਲ ਹੁੰਦਾ ਧੋਖੇ ਨਾਲ ਨਾ ਕਿਸ਼ਨੇ ਨੂੰ ਫੜਾ ਦਿੰਦਾ ਹੈ, ਕਿਸ਼ਨੇ ਨੂੰ ਵੀ ਫੜਾ ਦਿੰਦਾ। ਤੇ ਕਿਸ਼ਨਾ ਫਿਰ ਮਤਲਬ ਵਿੱਚੋਂ ਟਾਈਮ ਕੱਢ ਕੇ ਤੇ ਇਹਨੂੰ ਮਾਰ ਦਿੰਦਾ ਜੈਮਲ ਨੂੰ। ਪਰ ਜਿਹੜਾ ਜੈਮਲ ਹੁੰਦਾ ਹੈਗਾ, ਜੈਮਲ ਦਾ ਵੀ ਇੱਕ ਦੋਸਤ ਹੁੰਦਾ ਹੈ। ਵੈਸੇ ਉਹ ਕਿਸ਼ਨੇ ਦਾ ਵੀ ਦੋਸਤ ਹੁੰਦਾ, ਜੈਮਲ ਦਾ ਵੀ ਦੋਸਤ ਹੁੰਦਾ ਡੋਗਰ। ਤੁਸੀਂ ਉਹਦਾ ਨਾਮ ਤਾਂ ਚਲੋ ਸੁਣਿਆ ਹੀ ਹੋਊਗਾ, ਡੋਗਰ ਦਾ। ਤਾਂ ਡੋਗਰ ਫਿਰ ਧੋਖਾ ਕਰਕੇ ਕੀ ਕਰਦਾ ਹੈ, ਕਿਸ਼ਨੇ ਨੂੰ ਜੇਲ੍ਹ ਕਰਵਾ ਦਿੰਦਾ, ਕਾਲੇ ਪਾਣੀ ਦੀ ਸਜ਼ਾ ਕਰਵਾ ਦਿੰਦਾ ਹੈ। ਬਸ ਫਿਰ ਇਹਦਾ ਬਦਲਾ ਲੈਣ ਵਾਸਤੇ ਫਿਰ ਜੌਣਾ ਮੋੜ ਕੀ ਬਣ ਜਾਂਦਾ? ਡਾਕੂ ਬਣ ਜਾਂਦਾ। ਤਾਂ ਹੀ ਕਹਿੰਦੇ ਬਦਲਾ ਲੈ ਲਈ ਜੌਣਿਆਂ ਜੇ ਮਾਂ ਦਾ ਜਾਇਆ। ਮਤਲਬ ਪੂਰੀ ਗਾਥਾ ਕਾਫੀ ਲੰਬੀ ਹੈ, ਪਰ ਕਹਿਣ ਦਾ ਭਾਵ ਸੰਗਰੂਰ ਮੌੜ ਇਲਾਕੇ ਨਾਲ ਸੰਬੰਧਿਤ ਇਹ ਇੱਕ ਲੋਕ ਨਾਇਕ ਸੀਗਾ ਜੌਣਾ ਮੋੜ। ਬਾਕੀ ਕਾਫੀ ਆਪਾਂ ਦੁੱਲਾ ਭੱਟੀ ਸਾਹਿਬ, ਕਾਫੀ ਚੀਜ਼ਾਂ ਮੈਂ ਕਵਰ ਕਰਵਾਈਆਂ ਹੋਈਆਂ ਚੈਨਲ ਦੇ ਉੱਪਰ, ਤੁਸੀਂ ਦੇਖ ਸਕਦੇ ਹੋ। ਇਹ ਵੀ ਆਪਾਂ ਕਰਵਾ ਦਾਂਗੇ ਸਮਾਂ ਕੱਢ ਕੇ। ਅੱਗੇ ਚੱਲਦੇ ਹਾਂ ਜੀ ਆਪਾਂ, ਸਤਲੁਜ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਹੈ? ਹੁਣ ਬੱਚਿਆਂ ਨੂੰ ਬੜੀ ਕਨਫਿਊਜ਼ਨ ਹੁੰਦੀ ਹੈ ਵੀ ਮਾਝਾ ਕਿਹਨੂੰ ਕਹਿੰਦੇ ਆ, ਮਾਲਵਾ ਕਿਹਨੂੰ ਕਹਿੰਦੇ ਆ, ਦੁਆਬਾ ਕਿਹਨੂੰ ਕਹਿੰਦੇ ਆ, ਤੇ ਉੱਥੇ ਕਿਹੜੀ ਕਿਹੜੀ ਬੋਲੀਆਂ ਬੋਲੀਆਂ ਜਾਂਦੀਆਂ। ਫਿਲਹਾਲ ਇਹਦੇ ਆਨਸਰ ਵੱਲ ਬਾਅਦ ਚ ਆਉਣੇ ਆ। ਪਹਿਲਾਂ ਆਪਾਂ ਕੀ ਕਰਦੇ ਆ, ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ। ਠੀਕ ਹੈ ਜੀ, ਜਿਹੜੀ ਮੇਨ ਸਮਝਣ ਵਾਲੀ ਚੀਜ਼ ਹੈ, ਮੈਪ ਤੋਂ ਜਿਓਗ੍ਰਾਫੀ ਦੀ ਚੀਜ਼ ਹੈ। ਇਹ ਆਪਣੇ ਪੰਜਾਬ ਦਾ ਮੈਪ ਹੈ, ਜਿਹੜਾ ਆਪਣਾ ਮਾਡਰਨ ਪੰਜਾਬ ਹੈ। ਇਹਦੇ ਵਿੱਚ ਹੁਣ ਫਿਲਹਾਲ ਕਹਿ ਲਓ ਵੀ ਤੁਹਾਨੂੰ ਮੈਂ ਦੱਸਿਆ, ਜਿਵੇਂ
ਵੀ ਘੱਗਰ ਨੂੰ ਛੱਡ ਕੇ ਆਪਾਂ ਗੱਲ ਕਰੀਏ, 1 ਨੰਬਰ ਤੇ ਸਤਲੁਜ ਦਰਿਆ ਹੈ ਆਪਣਾ ਸਭ ਤੋਂ ਲੰਬਾ ਦਰਿਆ, ਠੀਕ ਹੈ ਜੀ। ਫਿਰ ਬਿਆਸ ਹੈ, ਫਿਰ ਰਾਵੀ ਹੈ। ਰਾਵੀ ਤੁਹਾਨੂੰ ਪਤਾ ਬਾਅਦ ਦੇ ਵਿੱਚ ਇਹ ਐਂਟਰ ਹੋ ਜਾਂਦਾ ਪਾਕਿਸਤਾਨ ਦੇ ਵਿੱਚ। ਹੁਣ ਆਪਾਂ 3 ਚੀਜ਼ਾਂ ਸੁਣੀਆਂ ਹੋਣਗੀਆਂ, ਮਾਝਾ, ਮਾਲਵਾ ਤੇ ਦੁਆਬਾ, ਇਹ ਸੁਣਿਆ ਨਾ ਸਭ ਨੇ। ਹੁਣ ਦੇਖੋ ਰਾਵੀ ਤੇ ਬਿਆਸ ਦੇ ਵਿਚਕਾਰ ਵਾਲਾ ਇਲਾਕਾ, ਠੀਕ ਹੈ, ਇਹਨੂੰ ਕਹਿ ਦਿੰਦੇ ਆ ਮਾਝਾ, ਠੀਕ ਹੈ ਜੀ। ਹੁਣ ਇਹਨੂੰ ਕੀ ਕਹਿ ਦਿੰਦੇ ਆ, ਮਾਝਾ ਕਹਿ ਦਿੰਦੇ ਆ, ਠੀਕ ਹੈ। ਤੇ ਨਾਲ ਕੀ ਯਾਦ ਰੱਖਣਾ ਤੁਸੀਂ, ਇਹਨੂੰ ਕੀ ਕਹਿ ਦਿੰਦੇ ਆ, ਬਾਰੀ ਦੁਆਬ, ਕੀ ਕਹਿ ਦਿੰਦੇ ਆ ਇਹਨੂੰ, ਠੀਕ ਹੈ ਜੀ, ਬਾਰੀ ਦੁਆਬ ਕਹਿੰਦੇ ਆ, ਠੀਕ ਹੈ। ਬਾਰੀ ਦੁਆਬ ਕਿਉਂ ਕਹਿੰਦੇ ਆ, ਬਿਆਸ ਤੇ ਠੀਕ ਹੈ ਜੀ ਰਾਵੀ ਵਿਚਕਾਰ ਵਾਲਾ ਇਲਾਕਾ ਹੈ ਤਾਂ ਇਹਨੂੰ ਬਾਰੀ ਦੁਆਬ ਕਹਿ ਦਿੰਦੇ ਆ। ਤੁਹਾਨੂੰ ਪਤਾ ਦੁਆਬ ਦਾ ਮਤਲਬ ਕੀ ਹੈ, 2 ਦਰਿਆਵਾਂ ਦੇ ਵਿਚਕਾਰ ਵਾਲਾ ਇਲਾਕਾ। ਹੁਣ ਮਾਝੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਆ, ਇਹਦੇ ਵਿੱਚ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ। ਇਹਨੂੰ ਯਾਦ ਰੱਖਣ ਦਾ ਢੰਗ ਤੁਹਾਨੂੰ ਮੈਂ ਦੱਸ ਦਿੰਦਾ, ਠੀਕ ਹੈ। ਇਹਨੂੰ ਰੱਖਣਾ, ਯਾਦ ਕਿਵੇਂ ਰੱਖਣਾ, ਤਾਜ ਪੰਜਾਬ ਦਾ, ਤਾਜ ਕਿੱਥੇ ਪਾਉਣੇ ਆਪਾਂ, ਸਿਰ ਤੇ ਪਾਉਣੇ ਆ। ਤਾਂ ਬਿਲਕੁਲ ਟੌਪ ਤੇ ਅਗਰ ਆਪਾਂ ਗੱਲ ਕਰੀਏ ਨਕਸ਼ੇ ਦੇ ਟੌਪ ਤੇ ਕੀ ਪਿਆ, ਮਾਝਾ ਪਿਆ। ਇੱਥੇ ਯਾਦ ਕਿਵੇਂ ਰੱਖਣਾ, ਤਾਜ ਤੋਂ ਮਤਲਬ ਟੀ ਤੋਂ ਕੀ ਯਾਦ ਰੱਖਣਾ, ਤਰਨ ਤਾਰਨ, ਠੀਕ ਹੈ ਜੀ, ਤਰਨ ਤਾਰਨ ਸ਼ਹਿਰ ਇਹਦੇ ਵਿੱਚ ਹੈ। ਇਹ ਤੋਂ ਕੀ ਯਾਦ ਰੱਖਣਾ, ਅੰਮ੍ਰਿਤਸਰ, ਠੀਕ ਹੈ ਜੀ। ਇਹ ਪੁੱਛ ਲੈਂਦੇ ਕਿਹੜੇ ਕਿਹੜੇ ਸ਼ਹਿਰ ਪੈਂਦੇ ਆ। ਜੀ ਤੋਂ ਕੀ ਰੱਖਣਾ ਯਾਦ, ਗੁਰਦਾਸਪੁਰ। ਤੇ ਪੀ ਤੋਂ ਕੀ ਯਾਦ ਰੱਖਣਾ ਰਾਜੇ, ਪਠਾਨਕੋਟ, ਪਠਾਨਕੋਟ। ਤੇ ਇੱਥੇ ਕੀ ਬੋਲੀ ਜਾਂਦੀ ਹੈ, ਮਾਝੀ ਬੋਲੀ ਜਾਂਦੀ ਹੈ। ਹੁਣ ਜੇ ਮੈਂ ਬਿਆਸ ਤੇ ਸਤਲੁਜ ਦੇ ਵਿਚਕਾਰ ਵਾਲੇ ਇਲਾਕੇ ਦੀ ਗੱਲ ਕਰੂੰਗਾ ਤਾਂ ਇਹ ਕਿਹੜਾ ਇਲਾਕਾ ਪੈਂਦਾ, ਤੁਹਾਡਾ ਦੁਆਬਾ ਪੈਂਦਾ, ਜਿਹਨੂੰ ਆਪਾਂ ਕਿਹੜਾ ਦੁਆਬ ਕਹਿੰਦੇ ਆ। ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਇਹ ਹੈਗਾ ਜੀ ਬਿਸਤ ਦੁਆਬ, ਠੀਕ ਹੈ ਜੀ, ਬਿਸਤ ਦੁਆਬ। ਹੁਣ ਬਿਸਤ ਕਿਵੇਂ ਆ ਗਿਆ, ਬਿਆਸ ਤੇ ਸਤਲੁਜ ਦੇ ਵਿਚਕਾਰ ਵਾਲਾ ਇਲਾਕਾ। ਹੁਣ ਇਹਦੇ ਵਿੱਚ ਕਿਹੜੇ ਕਿਹੜੇ ਸ਼ਹਿਰ ਪੈਂਦੇ, ਇਹਦੇ ਵਿੱਚ ਵੀ 4 ਹੀ ਪੈਂਦੇ ਆ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਤੇ ਇੱਕ ਆਪਣਾ, ਠੀਕ ਹੈ ਜੀ, ਜਿਹਨੂੰ ਆਪਾਂ ਨਵਾਂ ਸ਼ਹਿਰ ਕਹਿ ਦਿੰਦੇ ਆ, ਵੈਸੇ ਉਹਦਾ ਪੂਰਾ ਨਾਮ ਕੀ ਹੈ, ਸ਼ਹੀਦ ਭਗਤ ਸਿੰਘ ਨਗਰ ਹੈ। ਤੇ ਇਸ ਤੋਂ ਬਾਅਦ ਸਤਲੁਜ ਤੋਂ ਥੱਲੇ ਸਾਰੇ ਇਲਾਕੇ ਆ ਜਾਂਦੇ ਆ। ਫਿਰ ਘੱਗਰ ਦੇ ਨਾਲ ਆਪਣੇ ਜਿਹੜੇ ਰੋਪੜ ਵਾਲਾ ਇਲਾਕਾ, ਪਟਿਆਲੇ ਦਾ, ਸੰਗਰੂਰ ਦਾ ਕੁਝ ਇਲਾਕਾ ਘੱਗਰ ਨਾਲ ਲੱਗਦਾ, ਠੀਕ ਹੈ। ਇਹ ਘੱਗਰ ਦੇ ਬਾਰੇ ਆਪਾਂ ਫੇਰ ਪੜ੍ਹ ਲਾਂਗੇ। ਤਾਂ 3 ਆਪਾਂ ਨੂੰ ਯਾਦ ਹੋ ਗਏ, ਮਾਝਾ, ਦੁਆਬਾ ਤੇ ਮਾਲਵਾ। ਹੁਣ ਦੇਖੋ ਧਿਆਨ ਦੇ ਨਾਲ, ਹੁਣ ਤੁਸੀਂ ਕਦੇ ਨਹੀਂ ਭੁੱਲੋਗੇ, ਦੇਖੋ ਸਤਲੁਜ ਤੇ ਬਿਆਸ, ਸਤਲੁਜ ਤੇ ਬਿਆਸ ਦੇ ਵਿਚਕਾਰ ਵਾਲੇ ਤੁਹਾਨੂੰ ਮੈਂ ਦੱਸਿਆ ਵੀ ਕਿਹੜਾ ਕਿਹੜਾ ਦੁਆਬ ਪੈਂਦਾ, ਬਿਸਤ ਦੁਆਬ ਪੈਂਦਾ। ਤੇ ਇੱਥੇ ਫਿਰ ਕਿਹੜੀ ਬੋਲੀ ਜਾਊਗੀ, ਦੁਆਬੀ ਬੋਲੀ ਜਾਊਗੀ, ਠੀਕ ਹੈ ਜੀ। ਇਹ ਦੁਆਬਾ ਇਲਾਕਾ ਹੈ। ਤਾਂ ਇਸ ਤਰ੍ਹਾਂ ਤੁਸੀਂ ਮੈਪ ਨੂੰ ਅਗਰ ਪੜ੍ਹੋਗੇ ਤਾਂ ਤੁਹਾਨੂੰ ਕਦੇ ਵੀ ਭੁੱਲੋਗੇ ਨਹੀਂ। ਅੱਗੇ ਚੱਲਦੇ ਹਾਂ ਜੀ। ਕਹਿੰਦੇ ਅਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਵੱਲੋਂ ਕੀਤੀ ਗਈ। ਇਹ ਵੀ ਬਹੁਤ ਵੱਡੀ ਇੱਕ ਸਟੋਰੀ ਕਹਿ ਲਓ, ਇੱਕ ਇਤਿਹਾਸ ਕਹਿ ਲਓ, ਮੈਂ ਕਰਵਾਇਆ ਗੁਰੂ ਤੇਗ ਬਹਾਦਰ ਜੀ, ਕਿਉਂਕਿ ਮੋਸਟਲੀ ਬੱਚੇ ਗੁਰੂ ਗੋਬਿੰਦ ਸਿੰਘ ਜੀ ਲਾਏ ਆਉਂਦੇ ਆ। ਹੁਣ ਦੇਖੋ ਅਨੰਦਪੁਰ ਸਾਹਿਬ ਦਾ ਪਹਿਲਾਂ ਤਾਂ ਪੁਰਾਣਾ ਨਾਮ ਯਾਦ ਰੱਖਣਾ, 2 ਨਾਮ ਨੇ। ਇੱਕ ਤਾਂ ਇਹ ਪਹਿਲਾਂ ਪਿੰਡ ਹੁੰਦਾ ਸੀ ਮਾਖੋਵਾਲ, ਮਾਖੋਵਾਲ ਇੱਥੇ ਇੱਕ ਡਾਕੂ ਹੁੰਦਾ ਸੀ ਮਾਖੋਵਾਲ, ਇਸ ਕਰਕੇ ਇਸ ਪਿੰਡ ਦਾ ਨਾਮ ਮਾਖੋਵਾਲ ਸੀਗਾ। ਤੇ ਇੱਕ ਇਸ ਦਾ ਪੁਰਾਣਾ ਨਾਮ ਕੀ ਹੈ, ਚੱਕ ਨਾਨਕੀ, ਕਿਉਂਕਿ ਨਾਨਕੀ ਜਿਹੜੀ ਬੀਬੀ ਨਾਨਕੀ, ਇੱਕ ਤਾਂ ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਦੇ ਸਿਸਟਰ ਸੀਗੇ, ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਤਨੀ ਸੀਗੇ, ਯਾਨੀ ਕਿ ਗੁਰੂ ਤੇਗ ਬਹਾਦਰ ਜੀ ਦੇ ਮਾਤਾ। ਉਹਨਾਂ ਨੇ ਆਪਣੇ ਮਾਤਾ ਦੇ ਨਾਮ ਤੇ ਰੱਖਿਆ ਸੀਗਾ। ਹੁਣ ਇਹਦੀ ਕਹਾਣੀ ਕੀ ਹੈ ਵੀ ਨਾ 1635 ਈਸਵੀ ਨੂੰ ਨਾ ਕੀਰਤਪੁਰ ਜਾਂਦੇ ਆ, ਕੀਰਤਪੁਰ ਜਾਂਦੇ ਹੁੰਦੇ ਆ ਗੁਰੂ ਤੇਗ ਬਹਾਦਰ ਜੀ ਨਾਲ, ਉਹਨਾਂ ਦੇ ਮਾਤਾ ਜੀ ਹੁੰਦੇ ਆ, ਮਾਤਾ ਨਾਨਕੀ ਜੀ। ਹੁੰਦਾ ਕੀ ਆ ਉੱਥੇ ਨਾ, ਬਿਲਾਸਪੁਰ ਦਾ ਇੱਕ ਰਾਜਾ ਹੈਗਾ, ਬਿਲਾਸਪੁਰ ਦਾ ਰਾਜਾ ਸੀਗਾ ਦੀਪ ਚੰਦ, ਉਹਦੀ ਮੌਤ ਹੋ ਜਾਂਦੀ ਹੈ, ਉਹ ਅਕਾਲ ਚਲਾਣਾ ਕਰ ਜਾਂਦਾ ਤੇ ਉਹਦੀ ਸੰਸਕਾਰ ਹੁੰਦਾ। ਤੇ ਉੱਥੇ ਮਤਲਬ ਇਹਦਾ ਗੁਰੂ ਘਰ ਨਾਲ ਬਹੁਤ ਪ੍ਰੇਮ ਹੁੰਦਾ ਤੇ ਮਾਤਾ ਜੀ ਤੇ ਨਾਲ ਗੁਰੂ ਤੇਗ ਬਹਾਦਰ ਜੀ ਜਾਂਦੇ ਆ। ਤਾਂ ਉੱਥੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਆ ਵੀ ਅਸੀਂ ਕੋਈ ਨਾ ਨਗਰ ਵਸਾਉਣਾ ਚਾਹੁੰਦੇ ਆ ਮਤਲਬ। ਤੇ ਫਿਰ ਉਹ ਰਾਣੀ ਚੰਪਾ ਜਿਹੜੀ ਦੀਪ ਚੰਦ ਦੇ ਘਰ ਵਾਲੀ ਹੁੰਦੀ ਆ, ਰਾਣੀ ਚੰਪਾ ਹੁੰਦੀ ਆ, ਰਾਣੀ ਚੰਪਾ ਜੀ ਫਿਰ ਬੇਨਤੀ ਕਰਦੇ ਆ ਮਾਤਾ ਨਾਨਕੀ ਜੀ ਨੂੰ ਵੀ ਤੁਸੀਂ ਸਾਡੇ ਲਾਗੇ ਤੱਕ ਹੀ ਵਸਾ ਲਓ, ਕਿਉਂਕਿ ਗੁਰੂ ਘਰ ਨੂੰ ਬਹੁਤ ਪਿਆਰ ਕਰਦੇ ਸੀਗੇ। ਤਾਂ ਫਿਰ ਉਹਨਾਂ ਨੇ ਜ਼ਮੀਨ ਮਤਲਬ ਭੇਂਟ ਕਰਨ ਦੀ ਪ੍ਰਸਤਾਵ ਰੱਖਿਆ, ਪਰ ਗੁਰੂ ਤੇਗ ਬਹਾਦਰ ਜੀ ਨੇ ਮਨਾ ਕਰਤਾ ਵੀ ਅਸੀਂ ਮਤਲਬ ਫ੍ਰੀ ਦੇ ਵਿੱਚ ਕੋਈ ਚੀਜ਼ ਨਹੀਂ ਲੈਣੀਗੀ, ਅਸੀਂ ਇਹਦਾ ਮੁੱਲ ਉਤਾਰਾਂਗੇ। ਤਾਂ ਫਿਰ ਗੁਰੂ ਜੀ ਨੇ 500 ਰੁਪਏ ਦੇ ਵਿੱਚ, ਗੁਰੂ ਜੀ ਦੀ ਮਾਤਾ ਜੀ ਨੇ 500 ਰੁਪਏ ਦੇ ਵਿੱਚ ਇਹ ਜ਼ਮੀਨ ਖਰੀਦੀ ਸੀਗੀ। ਤਾਂ ਫਿਰ ਜਦੋਂ 500 ਰੁਪਏ ਦੀ ਜ਼ਮੀਨ ਖਰੀਦੀ ਸੀਗੀ ਤਾਂ 16 ਜੂਨ, ਠੀਕ ਹੈ ਜੀ, 16 ਜੂਨ 1665 ਈਸਵੀ ਨੂੰ, ਠੀਕ ਹੈ ਜੀ, ਇੱਥੇ ਨਗਰ ਵਸਾਇਆ ਗਿਆ, ਜਿਹਨੂੰ ਪਿੰਡ ਮਾਖੋਵਾਲ ਵੀ ਪਹਿਲਾਂ ਕਹਿੰਦੇ ਸੀ, ਪਰ ਗੁਰੂ ਸਾਹਿਬ ਜੀ ਨੇ ਇਹਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਨਾਮ ਰੱਖਿਆ ਗਿਆ। ਇੱਥੇ ਆਪਣਾ ਤਖਤ ਹੈ, ਤਖਤ ਕੇਸਗੜ੍ਹ ਸਾਹਿਬ, ਜਿੱਥੇ ਖਾਲਸੇ ਦੀ ਸਥਾਪਨਾ ਕੀਤੀ ਗਈ। ਹੁਣ ਖਾਲਸੇ ਦੀ ਸਥਾਪਨਾ ਕਦੋਂ ਕੀਤੀ ਗਈ ਹੈ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਣਾ ਹੈ। ਤਾਂ ਇੱਥੇ ਜਿਹੜਾ ਨਗਰ ਵਸਾਇਆ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ, ਇਹ ਯਾਦ ਰੱਖਣਾ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ ਆਪਾਂ। ਅਗਲਾ ਪ੍ਰਸ਼ਨ ਆ ਗਿਆ ਜੀ, ਕਿਹੜੇ ਸਿੱਖ ਗੁਰੂ ਸਾਹਿਬ ਜੀ ਤੇ ਉਹਨਾਂ ਦੀ ਪਵਿੱਤਰ ਬਾਣੀ ਸਹੀ ਤਰ੍ਹਾਂ ਮੇਲ ਨਹੀਂ ਖਾਂਦੀ। ਗੁਰੂ ਅਰਜਨ ਦੇਵ ਜੀ ਸੁਖਮਣੀ ਸਾਹਿਬ, ਬਿਲਕੁਲ ਠੀਕ ਹੈ, ਸੁੱਖਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ, ਠੀਕ ਹੈ ਜੀ, ਉਚਾਰੀ ਹੈ। 24 ਵਿੱਚ ਅਸ਼ਟਪਦੀਆਂ ਨੇ, 24 ਪੌੜੀਆਂ ਨੇ। ਗੁਰੂ ਨਾਨਕ ਦੇਵ ਜੀ ਨੇ ਆਸਾਂ ਦੀ ਵਾਰ, ਬਿਲਕੁਲ ਠੀਕ ਹੈ। ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ, ਕਿਉਂਕਿ ਰਾਮਕਲੀ ਮਹੱਲਾ ਤੀਜਾ ਮਹੱਲੇ ਤੋਂ ਸ਼ੁਰੂ ਹੁੰਦਾ ਆਨੰਦ ਸਾਹਿਬ, ਤੇ ਆਨੰਦ ਸਾਹਿਬ ਤੀਜਾ ਮਹੱਲਾ ਦਾ ਮਤਲਬ ਕਿ ਤੀਸਰੇ ਗੁਰੂ ਸਾਹਿਬਾਨ ਗੁਰੂ ਅਮਰਦਾਸ ਜੀ। ਪਰ ਜੇ ਮੈਂ ਗੱਲ ਕਰਾਂ ਗੁਰੂ ਰਾਮਦਾਸ ਜੀ ਦੀ ਬਾਣੀ ਨਹੀਂ ਹੈਗੀ ਅਕਾਲ ਉਸਤਤ, ਕਿਉਂਕਿ ਜਿਹੜੀ ਅਕਾਲ ਉਸਤਤ ਹੈਗੀ ਹੈ
ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਹੈ। ਠੀਕ ਹੈ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨਵੇਂ ਗੁਰੂ ਨੇ ਆਪਣੇ? 10ਵੇਂ ਗੁਰੂ ਸਾਹਿਬਾਨ ਨੇ। ਤਾਂ ਉਹਨਾਂ ਨੇ ਔਡ ਵਨ ਆਊਟ ਪੁੱਛਿਆ ਸੀਗਾ, ਜਾਨੀ ਕਿ ਜਿਨ੍ਹਾਂ ਦੇ ਮੈਚ ਨਹੀਂ ਕਰਦਾ ਤਾਂ ਡੀ ਆਂਸਰ ਆ ਜਾਊਗਾ ਆਪਣਾ। ਅੱਗੇ ਚੱਲਦੇ ਹਾਂ ਜੀ। ਆਦਿ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਕਿੰਨੇ ਸ਼ਲੋਕ ਸ਼ਾਮਲ ਹਨ? ਹੁਣ ਦੇਖੋ, ਪਹਿਲਾਂ ਤਾਂ ਇਹ ਗੱਲ ਯਾਦ ਰੱਖਣੀ ਹੈ, ਬਾਬਾ ਜੀ ਦੇ 4 ਸ਼ਬਦ ਤੇ 112 ਸ਼ਲੋਕ ਇਹ ਸ਼ਾਮਲ ਹੈ। ਠੀਕ ਹੈ ਜੀ। ਜਿਹੜੇ ਸ਼ਬਦ ਹੈਗੇ ਆ, ਇਹਦੇ ਵਿੱਚ 2 ਸ਼ਬਦ ਜਿਹੜੇ ਹੈਗੇ ਆ ਰਾਗ, ਠੀਕ ਹੈ ਜੀ, ਇਹਦੇ ਵਿੱਚ ਰਾਗ ਆਸਾ ਦੇ ਵਿੱਚ ਹੈ, ਤੇ 2 ਸ਼ਬਦ ਜਿਹੜੇ ਹੈਗੇ ਆ, ਠੀਕ ਹੈ ਜੀ, ਇਹ ਹੈਗੇ ਆ ਰਾਗ ਸੂਹੀ ਦੇ ਵਿੱਚ। ਠੀਕ ਹੈ ਜੀ। ਹੁਣ 112 ਆਂਸਰ ਇੱਥੇ ਆਊਗਾ। ਕਈ ਬੱਚਿਆਂ ਨੇ ਮੈਨੂੰ ਅਕਸਰ ਪੁੱਛਿਆ ਵੀ ਸ਼ਬਦ ਤੇ ਸ਼ਲੋਕ ਦੇ ਵਿੱਚ ਕੀ ਫਰਕ ਹੈ। ਦੇਖੋ ਰਾਜੇ, ਜਿਹੜਾ ਸ਼ਲੋਕ ਹੁੰਦਾ ਹੈ ਉਹ ਸ਼ਬਦ ਦੇ ਮੁਕਾਬਲੇ ਛੋਟਾ ਹੁੰਦਾ ਹੈ। ਸ਼ਲੋਕ 2 ਤੋਂ ਲੈ ਕੇ 4 ਪੰਕਤੀਆਂ ਦਾ ਹੋ ਸਕਦਾ ਸ਼ਲੋਕ, ਪਰ ਜਿਹੜਾ ਸ਼ਬਦ ਹੁੰਦਾ ਉਹ 4 ਪਦਿਆਂ ਦਾ ਹੁੰਦਾ ਹੈ। 4 ਪਦੇ ਦਾ ਮਤਲਬ 4 ਸਟੈਂਜਾਸ, ਤੇ ਪਦਿਆਂ ਦੇ ਵਿੱਚ ਜਿੰਨੀਆਂ ਮਰਜ਼ੀ ਪੰਕਤੀਆਂ ਆ ਸਕਦੀਆਂ, 4 ਵੀ ਆ ਸਕਦੀਆਂ, 8 10 ਜਿੰਨੀਆਂ ਮਰਜ਼ੀ ਆ ਸਕਦੀਆਂ। ਤਾਂ ਸ਼ਬਦ ਵੱਡਾ ਹੁੰਦਾ, ਸ਼ਲੋਕ ਛੋਟਾ ਹੁੰਦਾ। ਤਾਂ ਸ਼ਲੋਕ ਜਿਵੇਂ ਆਪਾਂ ਗੁਰੂ ਤੇਗ ਬਹਾਦਰ ਜੀ ਦੇ ਵੀ ਆਉਂਦੇ ਆ, ਠੀਕ ਹੈ ਜੀ, ਸ਼ਲੋਕ ਤੇ ਸ਼ਬਦ ਅਲੱਗ-ਅਲੱਗ ਆਉਂਦੇ ਆ। ਤੇ ਇੱਥੇ 112 ਆਊਗਾ, ਠੀਕ ਹੈ ਜੀ, ਤੇ 4 ਸ਼ਬਦ ਆਉਣਗੇ, 112 ਸ਼ਲੋਕ ਆਉਣਗੇ ਸ਼ੇਖ ਫਰੀਦ ਜੀ ਦੇ। ਅੱਗੇ ਗੱਲ ਕਰਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਕੌਣ ਗਦਰ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹਨ? ਤਾਂ ਗਦਰ ਪਾਰਟੀ ਯਾਦ ਰੱਖ ਲਿਓ ਬੇਟਾ, ਕਾਫੀ ਬੰਦਿਆਂ ਦੇ ਨਾਮ ਆਉਂਦੇ ਆ। ਸੋਹਣ ਸਿੰਘ ਭਕਨਾ ਜੀ, ਲਾਲਾ ਹਰਦਿਆਲ ਜੀ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ, ਕਾਫੀ ਬੰਦਿਆਂ ਦੇ ਨਾਮ ਆਉਂਦੇ ਆ। ਠੀਕ ਹੈ ਜੀ। ਇਹਨਾਂ ਵਿੱਚੋਂ ਹੁਣ ਤੁਸੀਂ ਬਹੁਤ ਸਾਰੇ ਨਾਮ ਤੁਹਾਨੂੰ ਪੜ੍ਹਨੇ ਪੈਣਗੇ। ਤਰਕਨਾਥ ਦਾਸ ਜੀ ਵੀ ਆਉਂਦੇ ਆ, ਮੌਲਵੀ ਠੀਕ ਹੈ, ਮੌਲਵੀ ਲਿਖਿਆ ਹੋਇਆ, ਮੌਲਵੀ ਬਰਕਤੁੱਲਾ ਜੀ ਵੀ ਆਉਂਦੇ ਆ, ਵਿਸ਼ਨੂੰ ਗਣੇਸ਼ ਪਿੰਗਲੇ ਜੀ ਵੀ ਆਉਂਦੇ ਆ। ਪਰ ਜਿਹੜੇ ਗਣੇਸ਼ ਸ਼੍ਰੀ ਕ੍ਰਿਸ਼ਨ ਖਾਪਰੜੇ ਹੈ, ਇਹ ਬੰਦਾ ਨਹੀਂ ਸੀਗਾ ਇਹਦੇ ਨਾਲ ਸੰਬੰਧਿਤ। ਇਹ ਬੰਦਾ ਕੌਣ ਹੈ? ਇਹ ਬੰਦਾ ਐ ਕਹਿ ਲਓ ਵੀ ਇੱਕ ਇੰਡੀਅਨ ਲਾਇਰ ਸੀਗਾ। ਇਹਨਾਂ ਨੂੰ ਦਾਦਾ ਸਾਹਿਬ ਖਾਪਰੜੇ ਵੀ ਕਹਿੰਦੇ ਆ, ਕਿਉਂਕਿ ਇਹਨਾਂ ਨੇ ਬਾਬਾ ਸ਼੍ਰੀ ਸਾਈਂ ਜੀ ਨਾਲ ਕਾਫੀ ਸਮਾਂ ਬਿਤਾਇਆ, ਤੇ ਇਹ ਉਹਨਾਂ ਦੇ ਕਾਫੀ ਯਾਨੀ ਕਿ ਮਤਲਬ ਸ਼ਰਧਾਲੂ ਰਹੇ ਆ, ਤਕੜੇ ਸ਼ਰਧਾਲੂ ਰਹੇ ਆ। ਇਹਨਾਂ ਨੇ ਬੁੱਕ ਵੀ ਲਿਖੀ ਉਹਨਾਂ ਦੇ ਉੱਪਰ। ਠੀਕ ਹੈ ਜੀ। ਤਾਂ ਇਹ ਮਤਲਬ ਕਿ ਗਦਰ ਪਾਰਟੀ ਨਾਲ ਸੰਬੰਧਿਤ ਨਹੀਂ ਹੈਗੇ। ਤਾਂ ਡੀ ਆਂਸਰ ਆ ਜਾਊਗਾ ਤੁਹਾਡਾ। ਤੇ ਲਾਸਟ ਪ੍ਰਸ਼ਨ ਹੈਗਾ ਜੀ ਤੁਹਾਡਾ, ਆ ਬੰਦਾ ਉਹ, ਠੀਕ ਹੈ, ਖਾਪਰੜੇ ਜੀ ਦੀ ਆਪਾਂ ਗੱਲ ਕਰ ਰਹੇ ਹਾਂ। ਨੈਕਸਟ ਚੱਲਦੇ ਹਾਂ ਜੀ ਆਪਾਂ। ਪੰਜਾਬ ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਹਿੱਸਾ ਹੈ? ਤਾਂ ਜਿਹੜਾ ਪੰਜਾਬ ਹੈਗਾ ਰਾਜੇ, ਉਹ 1.54% ਹੈ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ। ਇਹ 2011 ਦੀ ਮਰਦਮਸ਼ੁਮਾਰੀ ਯਾਨੀ ਕਿ 2011 ਦੀ ਸੈਂਸਸ ਦੇ ਅਕੋਰਡਿੰਗ ਆਪਾਂ ਆਂਸਰ ਲਾ ਕੇ ਆਉਣਾ ਹੈ। ਠੀਕ ਹੈ। ਤਾਂ ਇਹ ਸੀਗਾ ਜੀ ਅੱਜ ਪੰਜਾਬ ਜੀਕੇ ਦੇ ਕੁਝ ਮਹੱਤਵਪੂਰਨ ਪ੍ਰਸ਼ਨ। ਇਹ ਤੁਹਾਡਾ ਲੈਵਲ ਰਹੂਗਾ, ਤੇ ਇਹਦੇ ਵਿੱਚ ਸੌਖਾ ਲੈਵਲ ਵੀ ਹੈਗਾ, ਭਾਈ ਔਖਾ ਵੀ ਹੈਗਾ, ਸਭ ਕੁਝ ਪੜ੍ਹਨਾ ਪਊਗਾ। ਬਾਕੀ ਕਿਵੇਂ ਦੀ ਲੱਗੀ ਇਹ ਵੀਡੀਓ, ਲਾਈਕ ਸ਼ੇਅਰ ਕਰ ਦਿਓ, ਤੇ ਕਮੈਂਟ ਦੇ ਵਿੱਚ ਇਸ ਕੁਐਸਚਨ ਦਾ ਆਂਸਰ ਜ਼ਰੂਰ ਕਰਿਓ। ਸਰਹੰਦ ਨਹਿਰ ਜਿਹੜੀ ਹੈਗੀ ਹੈ, ਇਹ ਸਤਲੁਜ ਦਰਿਆ ਤੋਂ ਕਿਸ ਸਥਾਨ ਤੋਂ ਨਿਕਲਦੀ ਹੈ? ਰੂਪਨਗਰ ਤੋਂ, ਸਰਹੰਦ ਤੋਂ, ਨੰਗਲ ਤੋਂ, ਜਾਂ ਆਨੰਦਪੁਰ ਸਾਹਿਬ ਤੋਂ? ਠੀਕ ਹੈ, ਦੱਸਣਾ ਮੈਨੂੰ, ਆਂਸਰ ਕਰਨਾ ਕਮੈਂਟ ਬਾਕਸ ਦੇ ਵਿੱਚ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ। ਆਪਣੀ ਜੇ ਕਿਸੇ ਨੇ ਐਪ ਇੰਸਟਾਲ ਨਹੀਂ ਕੀਤੀ, ਤੁਸੀਂ ਐਂਡਰੋਇਡ ਯੂਜ਼ਰ ਜਿਹੜੇ ਹੈਗੇ ਆ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰ ਸਕਦੇ ਆ। ਐਪਲ ਯੂਜ਼ਰ ਕਲਾਸ ਪਲੱਸ ਨਾਂ ਦੀ ਐਪ ਸਟੋਰ ਤੋਂ ਐਪਲੀਕੇਸ਼ਨ ਡਾਊਨਲੋਡ ਕਰਨਗੇ, ਆ ਕੋਡ ਭਰੋਗੇ ਚੱਲ ਜੂਗੀ, QTPTE। ਇਹ ਆਪਣਾ ਆਰਗੇਨਾਈਜੇਸ਼ਨ ਕੋਡ ਹੈਗਾ। ਇਸ ਤੋਂ ਇਲਾਵਾ ਦੇਖੋ, ਤਿਆਰੀ ਤੁਸੀਂ ਫ੍ਰੀ ਚ ਵੀ ਕਰ ਸਕਦੇ ਆ। ਥਿਊਰੀ ਕੰਪਿਊਟਰ ਦੀ, ਪੰਜਾਬ ਜੀਕੇ, ਪੰਜਾਬੀ ਗ੍ਰਾਮਰ ਦੀ ਆਪਾਂ ਕਰਵਾਈ ਹੋਈ ਹੈ, ਮੈਰਾਥਨ ਵੀ ਲਾਈਆਂ ਹੋਈਆਂ। ਬਾਕੀ ਆ ਬਹੁਤ ਵਧੀਆ ਇੱਕ ਆਪਾਂ ਕੋਰਸ ਕੰਬੋ ਦੇ ਵਿੱਚ ਚਲਾਇਆ ਹੋਇਆ ਬੱਚਿਆਂ ਦੀ ਡਿਮਾਂਡ ਦੇ ਉੱਪਰ, ਜਿਹਦੇ ਵਿੱਚ ਕੰਪਿਊਟਰ ਦੀ ਥਿਊਰੀ ਬਾਈਲੈਂਗੁਅਲ, ਪੰਜਾਬੀ ਗ੍ਰਾਮਰ, ਪੰਜਾਬ ਜੀਕੇ ਦੀ ਵੀ ਬਾਈਲੈਂਗੁਅਲ, ਸਾਰੀ ਥਿਊਰੀ, ਪ੍ਰਸ਼ਨ, ਟੈਸਟ ਸਭ ਕੁਝ ਤੁਹਾਨੂੰ ਮਿਲੂਗਾ ਆਨਲਾਈਨ ਆਪਣੀ ਐਪ ਦੇ ਵਿੱਚ, PDF ਵਗੈਰਾ। ਤੇ ਇਹ ਜਿਹੜਾ ਕੋਰਸ ਹੈਗਾ ਤੁਹਾਨੂੰ 1100 ਰੁਪਏ ਦੇ ਵਿੱਚ ਮਿਲਦਾ ਹੈ। ਜੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਊਗੀ, ਤੁਸੀਂ ਇਸ ਨੰਬਰ ਤੇ WhatsApp ਮੈਸੇਜ ਕਰ ਸਕਦੇ ਹੋ। ਠੀਕ ਹੈ ਜੀ। ਸ਼ੁਕਰੀਆ, ਧੰਨਵਾਦ ਬੇਟਾ। ਜਲਦੀ ਮਿਲਦੇ ਆ। ਮੈਰਾਥਨ ਕਲਾਸਾਂ ਸਾਰੀਆਂ ਆਪਣੀਆਂ ਆਉਣਗੀਆਂ। ਕਾਲ ਕਰਨ ਦਾ ਟਾਈਮ ਰਾਜੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੈ। ਬਾਕੀ ਤੁਸੀਂ WhatsApp ਤੇ ਮੈਸੇਜ ਜਦੋਂ ਮਰਜ਼ੀ ਕਰ ਸਕਦੇ ਹੋ। ਕੋਈ ਤੁਹਾਡਾ ਡਾਊਟ ਹੋਊਗਾ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ। ਤੇ ਕਲਾਸਾਂ ਮੈਂ ਤਾਂ ਹੀ ਘੱਟ ਪਾ ਰਿਹਾ ਕਿ ਆਪਾਂ ਸਿੱਧੀਆਂ ਮੈਰਾਥਨ ਕਲਾਸਾਂ ਕਰਾਂਗੇ। ਤਾਂ ਕਲਾਸਾਂ ਪਾਉਣੀਆਂ ਵੀ ਜ਼ਰੂਰੀ ਹੈ, ਕਿਉਂਕਿ ਤੁਹਾਡੀ ਕੰਟੀਨਿਊਟੀ ਬਣਨੀ ਰਹਿਣੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕੰਟੀਨਿਊਟੀ ਵਿੱਚ ਨਹੀਂ ਪੜ੍ਹ ਰਹੇ ਤਾਂ ਤੁਸੀਂ ਆਪਣਾ ਲਾਸ ਕਰੋਗੇ। ਪੜ੍ਹਦੇ ਰਹੋ, ਸੈਲਫ ਸਟੱਡੀ ਵੀ ਕਰਦੇ ਰਹੋ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।